ਇੰਡੀਆ KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮਾਂਗਟ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ। 7 ਮਾਰਚ 2022 ਤੇ ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਆਪ ਸਭ ਦਾ ਸਵਾਗਤ ਹੈ। ਇਹ ਪ੍ਰੋਗਰਾਮ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ ਆਪ ਸਭ ਲਈ ਪੇਸ਼ ਕੀਤਾ ਜਾਂਦਾ ਹੈ ਹਫ਼ਤੇ ਦੇ 5 ਦਿਨ ਯਾਨੀ ਕਿ ਮੰਡੇ ਤੋਂ ਫਰਾਈਡੇ ਤੱਕ। ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਖਬਰਾਂ ਬਾਰੇ ਜਿਨ੍ਹਾਂ ਦਾ ਸੰਬੰਧ ਸਾਡੇ ਆਲੇ ਦੁਆਲੇ ਨਾਲ ਹੁੰਦਾ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਗੁੱਡ ਮਾਰਨਿੰਗ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਗੁੱਡ ਮਾਰਨਿੰਗ ਜੀ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜਸਟਿਨ ਟਰੂਡੋ ਦੇ ਯੂਰਪ ਟ੍ਰਿਪ ਬਾਰੇ। ਉਹ ਹੁਣ ਯੂਰਪ ਦੇ ਦੌਰੇ ਤੇ ਗਏ ਆ, ਆਪਾਂ ਕੀ ਐਕਸਪੈਕਟ ਕਰ ਸਕਦੇ ਹਾਂ? ਪਹਿਲੀ ਗੱਲ ਇਹ ਸੋਚਣ ਵਾਲੀ ਗੱਲ ਕਿ ਉਹ ਗਏ ਕਿਉਂ ਆ ਜੀ। ਹੁਣ 2 ਪੋਲਸ ਆਏ ਆ ਰੀਸੈਂਟਲੀ। ਇੱਕ ਤਾਂ ਐਂਗਸ ਰੀਡ ਦਾ ਪੋਲ ਆਇਆ ਕਿ 65% ਲੋਕ ਜਿਹੜੇ ਆ ਉਹ ਖੁਸ਼ ਨਹੀਂ ਜਿਸ ਤਰੀਕੇ ਨਾਲ ਜਸਟਿਨ ਟਰੂਡੋ ਹੈਂਡਲ ਕਰ ਰਿਹਾ ਚੀਜ਼ਾਂ ਨੂੰ। ਹੁਣ ਤਿੰਨਾਂ ਦੇ ਵਿੱਚੋਂ 2 ਬੰਦੇ ਨਾਰਾਜ਼ ਨੇ। ਇਹ ਜੋ ਬਾਈਡਨ ਤੋਂ ਵੀ ਲੋ ਅਪਰੂਵਲ ਹੈ। ਵੈਸੇ ਉਹ ਅਮਰੀਕਾ ਦੇ ਵਿੱਚ ਕਹਿੰਦੇ ਜੋ ਬਾਈਡਨ ਦੀ ਬਹੁਤ ਘੱਟ ਪਪੂਲੈਰਿਟੀ ਹੈ, ਇਦੋਂ ਵੀ ਘੱਟ ਹੈ ਜਸਟਿਨ ਟਰੂਡੋ ਦੀ। ਦੂਸਰਾ ਪੋਲ ਆਇਆ ਨੈਨੋਜ਼ ਦਾ। ਉਹ ਕਹਿੰਦੇ ਆ ਕਿ 47% ਲੋਕੀ, ਉਹਨਾਂ ਨੇ ਸਿਰਫ ਜਿਹੜੇ ਟਰੱਕਰਸ ਗਏ ਸੀ ਉੱਥੇ ਆਟਵਾ, ਉਹਨਾਂ ਦੀ ਗੱਲ ਕੀਤੀ ਹੈ। ਲੋਕੀ ਵੈਸੇ ਖੁਸ਼ ਸੀ ਕਿ ਇਹ ਟਰੱਕਰਸ ਨਾਲ, ਪਹਿਲੀ ਤਾਂ ਗੱਲ ਇਹਨਾਂ ਨੂੰ ਆਉਣ ਨਹੀਂ ਦੇਣਾ ਚਾਹੀਦਾ ਉੱਥੇ। ਦੂਸਰੀ ਗੱਲ ਇਹਨਾਂ ਦੇ ਨਾਲ ਜੋ ਬੇਹੂਦਾ ਹਰਕਤਾਂ ਕਰਦੇ ਸੀ ਉਹ ਇਹਨਾਂ ਨੂੰ ਕੱਢਣਾ ਪੈਣਾ ਸੀ। ਬਹੁਤ ਵੱਡੀ ਗਿਣਤੀ ਲੋਕਾਂ ਦੀ ਇਹ ਸਪੋਰਟ ਕਰਦੀ ਸੀ ਕਿ ਇਹਨਾਂ ਤੇ ਜੋ ਮਰਜ਼ੀ ਕਰੋ, ਇਹਨਾਂ ਨੂੰ ਕੱਢੋ ਇੱਥੋਂ। ਪਰ ਉਹਨਾਂ ਦੇ ਵਿੱਚੋਂ ਵੀ 47% ਲੋਕਾਂ ਨੇ ਇਹ ਕਿਹਾ ਕਿ ਜਿਸ ਤਰੀਕੇ ਨਾਲ ਜਸਟਿਨ ਟਰੂਡੋ ਨੇ ਉਹਨਾਂ ਨੂੰ ਹੈਂਡਲ ਕੀਤਾ ਇਹ ਠੀਕ ਨਹੀਂ ਸੀ। ਉਹਨਾਂ ਦੇ ਮਨ ਦੇ ਵਿੱਚ ਤਾਂ ਇਹੀ ਆਈ ਨਾ, ਪਹਿਲਾਂ ਤੂੰ ਅਲਾਓ ਕਿਉਂ ਕਰਨ ਰਹੇ ਤੁਸੀਂ ਜੀ, ਫਿਰ ਉਦੋਂ ਬਾਅਦ ਚੁੱਪ ਕਰਕੇ ਬੈਠੇ ਆ ਵੀ ਮੈਨੂੰ ਕੋਵਿਡ ਹੋਇਆ, ਉੱਥੇ ਬੰਦਾ ਹੋਰ ਕੋਈ ਇੰਚਾਰਜ ਹੀ ਹੈ ਨਹੀਂ। ਤੇ ਫਿਰ ਉਹ ਤਰੀਕਾ ਗਲਤ ਸੀ ਵੀ ਇੱਕਦਮ ਐਮਰਜੈਂਸੀ ਲਾਈ ਆ, ਫਿਰ ਉਹਦੀ ਨੁਕਤਾਚੀਨੀ ਹੋਣ ਲੱਗ ਪਈ, ਫਿਰ ਇੱਕਦਮ ਬੰਦ ਕਰਤੀ। ਸੋ 47% ਲੋਕ ਜਿਹੜੇ ਸੀ ਉਹ ਖਿਲਾਫ ਸੀ। ਹੁਣ ਜਿਹੜੇ ਤੁਹਾਡੇ ਨਾਲੇ ਦੁਆਲੇ ਸਟ੍ਰੈਟੇਜਿਕ ਐਡਵਾਈਜ਼ਰਸ ਹੋਣੇ ਆ, ਉਹਨਾਂ ਨੇ ਤੀਲੀ ਲਾਈ ਹੋਣੀ ਉਹਨਾਂ ਦੇ ਥੋੜੀ ਜੀ ਕਿ ਤੁਸੀਂ ਮਹਾਰਾਜ ਕੁਛ ਕਰੋ, ਆ ਹੁਣ ਮੌਕਾ ਆ ਗਿਆ। ਹੁਣ ਮੌਕਾ ਕੀ ਆ ਗਿਆ ਕਿ ਯੂਕਰੇਨੀਅਨ ਕੈਨੇਡੀਅਨਸ ਬਹੁਤ ਵੱਡੀ ਗਿਣਤੀ 'ਚ ਆ, ਔਰ ਜਿਸ ਧੂਆਂਧਾਰ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਮੀਡੀਆ ਤੇ, ਰੂਸ ਨੂੰ ਇੱਕ ਕਿਸਮ ਦਾ ਕਾਲਾ ਦੈਂਤ, ਜੋ ਵੀ ਕੁਝ ਇਹ ਵਿਸ਼ਲੇਸ਼ਣ ਵਰਤ ਸਕਦੇ ਉਹ ਵਰਤਿਆ। ਯੂਕਰੇਨੀਅਨ ਲੋਕੀ ਦੁੱਧ ਧੋਤੇ ਅਸਲੀ ਦੇਵਤੇ ਮਰ ਰਹੇ ਆ, ਔਰ ਇਹ ਪਪੂਲੈਰਿਟੀ ਗੇਨ ਕਰਨ ਦਾ ਇੱਕ ਮੌਕਾ ਆ। ਹੁਣ ਜੇ ਦੁਨੀਆ ਦੇ ਵਿੱਚ ਕੋਈ ਲੀਡਰਸ਼ਿਪ ਤਾਂ ਜਾਂਦੀ ਆ, 2 ਗੱਲਾਂ ਕਰਕੇ ਜਾਂਦੇ ਆ। ਜਿੱਦਾਂ ਜੋ ਬਾਈਡਨ ਜਾਣਗੇ, ਕਿਉਂਕਿ ਮਿਲਟਰੀ ਪਾਵਰ ਤਕੜੀ ਹੈ ਇਹਨਾਂ ਦੇ ਕੋਲ। ਹਾਂਜੀ, ਦੁਨੀਆ ਦੇ ਵਿੱਚ ਜੇ ਜਾਣਗੇ ਲੀਡਰਸ ਨੂੰ ਮਿਲਦੇ ਆ ਤੇ ਧਿਆਨ ਦਿੰਦੀ ਆ ਦੁਨੀਆ ਵੀ ਇਹ ਐਡੀ ਵੱਡੀ ਮਿਲਟਰੀ ਪਾਵਰ ਹੈ ਤੇ ਇਹ ਆਏ ਨੇ, ਇਹ ਭਰੋਸਾ ਦਿਵਾ ਰਹੇ ਨੇ ਯੂਕਰੇਨ ਦੇ ਲੋਕਾਂ ਨੂੰ। ਹਾਲਾਂਕਿ ਯੂਕਰੇਨ ਦੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਭਰੋਸਾ ਗੱਲਾਂ ਦਾ ਹੀ ਹੈ, ਪਰ ਫਿਰ ਵੀ ਇੱਕ ਤਾਕਤ ਹੈ ਨਾ। ਦੂਸਰੀ ਤਰੀਕਾ ਹੁੰਦਾ ਕਿ ਇੱਕ ਡਿਪਲੋਮੈਟ ਬੜਾ ਤਕੜਾ ਹੈ, ਜਿੱਦਾਂ ਜਸਟਿਨ ਟਰੂਡੋ ਦਾ ਬਾਪ ਹੁੰਦੇ ਸੀ ਪੀਅਰ ਐਲੀਅਟ ਟਰੂਡੋ। ਉਹਨਾਂ ਨੇ ਇੱਕ ਵਾਰੀ ਰੋਨਾਲਡ ਰੇਗਨ ਤੇ ਗੋਰਬਾਚੋਵ ਨੂੰ ਅਪਰੋਚ ਕਰਕੇ ਇਹਨਾਂ ਨੂੰ ਗੱਲ ਕੀਤੀ ਕਿ ਪੀਸ ਟਾਕਸ ਕੀਤੀਆਂ ਜਾਣ। ਮਤਲਬ ਉਹਨਾਂ ਦੀ ਆਪਣੀ ਪ੍ਰਪੋਜ਼ਲ ਸੀ, ਇੱਕ ਆਈਡੀਆ ਸੀ। ਆਈਡੀਆ ਜਿਹੜਾ, ਹਾਲਾਂਕਿ ਕੈਨੇਡਾ ਤਾਂ ਕੁਝ ਕਰ ਨਹੀਂ ਸਕਦਾ, ਇਹੀ ਕਹਿ ਰਿਹਾ ਸੀ ਕਿ ਤੁਸੀਂ ਟੇਬਲ ਤੇ ਬੈਠ ਕੇ ਗੱਲ ਕਰੋ ਤੇ ਇਹ ਜੇ ਤੁਸੀਂ ਸੋਲਵ ਕਰ ਸਕਦੇ ਆ, ਦੁਨੀਆ ਦੇ ਵਿੱਚ ਅਮਨ ਸ਼ਾਂਤੀ ਹੋ ਜਾਵੇ, ਚੰਗੀ ਗੱਲ ਹੈ। ਅੱਛਾ, ਇਹ ਇੱਕ ਆਈਡੀਆ ਹੈ, ਇੱਕ ਵਧੀਆ ਪ੍ਰਪੋਜ਼ਲ ਹੈ। ਉਹ ਪ੍ਰਪੋਜ਼ਲ ਨੂੰ ਲੈ ਕੇ ਤੁਸੀਂ ਦੁਨੀਆ ਦੇ ਹੋਰ ਲੀਡਰਸ ਕੋਲ ਜਾਂਦੇ ਆ, ਫਿਰ ਇਹ ਦੁਨੀਆ ਵਿੱਚ ਤੁਹਾਡੀ ਬੱਲੇ ਬੱਲੇ ਕਰਦੇ ਆ। ਉਹ ਕਹਿਣਗੇ ਪੀਅਰ ਐਲੀਅਟ ਟਰੂਡੋ ਨੇ ਇੱਕ ਆਈਡੀਆ ਦਿੱਤਾ ਹੈ ਕਿ ਇਹਦੇ ਨਾਲ 2 ਲੀਡਰਸ ਇਕੱਠੇ ਬੈਠਣ, ਇਹ ਸਮਝੌਤਾ ਕਰਨ, ਇਹ ਆਪਣੇ ਨਿਊਕਲੀਅਰ ਆਰਸਨਲ ਨੂੰ ਘੱਟ ਕਰਨ, ਦੁਨੀਆ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣੇ, ਜਾਂ ਇਦਾਂ ਦਾ ਆਈਡੀਆ ਹੋਵੇ। ਹੁਣ ਜਸਟਿਨ ਟਰੂਡੋ ਨੂੰ ਸਿਰਫ ਤੇ ਸਿਰਫ ਵੋਟਾਂ ਕਰਕੇ ਇੱਥੋਂ ਭੇਜ ਰਹੇ। ਪਹਿਲੀ ਗੱਲ, ਕੋਈ ਵੱਡੀ ਪਾਵਰ ਅਸੀਂ ਹੈ ਨਹੀਂ,
ਤੁਸੀਂ ਇਮੇਜਿਨ ਕਰੋ ਮਿਲਟਰੀ ਸਾਡੀ ਦੇ ਵਿੱਚੋਂ ਜੇ ਇੱਕ ਡਿਵ ਕਮਾਂਡ ਦੀ ਡਿਵੀਜ਼ਨ ਕਮਾਂਡ ਹੁੰਦੀ ਹੈ ਜੇ 10,000 ਫੌਜੀ ਹੋਣ ਜਿਹਦੇ ਵਿੱਚ ਆਰਟਿਲਰੀ ਵੀ ਹੁੰਦੀ ਹੈ ਇਨਫੈਂਟਰੀ ਵੀ ਹੁੰਦੀ ਹੈ ਆਰਮਰਡ ਕੋਰ ਵੀ ਹੁੰਦੀ ਹੈ ਉਹਨਾਂ ਦੀ ਜੇ ਅਸੀਂ ਐਕਸਰਸਾਈਜ਼ ਕਰਨੀ ਹੋਵੇ ਅਸੀਂ ਸਿਮੂਲੇਸ਼ਨ ਕਰਦੇ ਹਾਂ ਕਿਉਂਕਿ ਸਾਡੇ ਤੋਂ ਉਨੀ ਫੋਰਸ ਹੈ ਹੀ ਨਹੀਂ ਹੈ ਜਿਹੜੀ ਐਕਸਰਸਾਈਜ਼ ਕਰ ਲਵੇ ਸੋ ਮਿਲਟਰੀ ਤੌਰ ਤੇ ਤਾਂ ਕੋਈ ਡਰਦਾ ਨਹੀਂ ਸਾਡੇ ਤੋਂ ਅਸੀਂ ਤਾਂ ਉਹ ਬੰਦੇ ਆ ਜਿੱਦਾਂ ਅਰਬ ਦੇਸ਼ਾਂ ਦੇ ਵਿੱਚ ਕਹਾਵਤ ਬਣੀ ਹੈ ਇੱਕ ਅਲੀ ਨਾਂ ਦਾ ਕੋਈ ਕੈਰੈਕਟਰ ਆ ਉਹਦੇ ਬਾਰੇ ਜੋਕਸ ਬਹੁਤ ਸੁਣਾਏ ਜਾਂਦੇ ਜਿੱਦਾਂ ਸਾਡੇ ਸੰਤਾ ਬਾਂਤਾ ਦੇ ਜੋਕਸ ਹਨ ਜੀ ਜੀ ਅਲੀ ਬਾਰੇ ਜੋਕ ਸੁਣਾਏ ਜਾਂਦੇ ਆ ਕਿ ਅਲੀ ਗੱਪਾਂ ਮਾਰਦਾ ਸੀ ਬੈਠਾ ਸੱਥ ਦੇ ਵਿੱਚ ਕਹਿੰਦਾ ਮੈਂ ਆਹ ਕਰ ਦੂੰ ਮੈਂ ਅਸ਼ਰਫ ਨੂੰ ਕਹਿੰਦਾ ਜੇ ਲੋਕੀ ਮੈਨੂੰ ਅਸ਼ਰਫ ਦੇ ਥੱਲਿਓਂ ਨਾ ਉਠਾਉਂਦੇ ਤਾਂ ਮੈਂ ਉਹਦਾ ਬੁਰਾ ਹਾਲ ਕਰ ਦੇਣਾ ਸੀ ਮਤਲਬ ਉਹ ਇਦਾਂ ਦੀਆਂ ਗੱਪਾਂ ਮਾਰਨ ਵਾਲੇ ਹੈਗੇ ਆ ਦੂਸਰਾ ਕੋਈ ਵੀ ਆਈਡੀਆ ਨਹੀਂ ਕੋਈ ਦੁਨੀਆ ਦੇ ਮੇਜਰ ਪਾਵਰ ਜਿਹੜੀ ਆ ਜਿਨ੍ਹਾਂ ਦੇ ਕੋਲ ਵੀਟੋ ਆ ਅਸੀਂ ਤਾਂ ਸਿਕਿਉਰਿਟੀ ਕਾਉਂਸਲ ਦੇ ਵੈਸੇ ਹੀ ਮੈਂਬਰ ਵੀ ਹੈ ਨਹੀਂ ਜੀ ਜਿੱਦਾਂ 5 ਤਾਂ ਵੀਟੋ ਮੈਂਬਰਸ ਆ 10 ਜਿਹੜੇ ਮੈਂਬਰਸ ਆ ਇਲੈਕਟ ਹੋ ਕੇ ਉੱਥੇ ਪਹੁੰਚਦੇ ਆ ਜਿਨ੍ਹਾਂ 'ਚ ਇੰਡੀਆ ਵੀ ਬੈਠਾ ਹੈ ਤੇ ਉਹਨਾਂ ਦੇ ਵਿੱਚੋਂ ਵੀ ਸਾਡੇ ਅਸੀਂ ਜਾਂ 9 ਚੋਂ ਨਾ 13 ਚੋਂ ਵੈਸੇ ਇਹ ਹਾਲਾਤ ਹੈ ਸਾਡੇ ਉਹਨਾਂ ਦੇ ਵਿੱਚੋਂ ਇੱਕ ਲੀਡਰ ਜਿਹੜਾ ਭੁੜਕਦਾ ਫਿਰੇ ਜਿਹਦੇ ਕੋਲ ਨਾ ਮਿਲਟਰੀ ਪਾਵਰ ਨਾ ਕੋਈ ਆਈਡੀਆ ਨਾ ਕੋਈ ਯੂਐਨ ਦੇ ਵਿੱਚ ਸਿਕਿਉਰਿਟੀ ਕਾਉਂਸਲ 'ਚ ਇੱਕ ਵੋਟ ਆ ਉਹ ਕਿਉਂ ਗਏ ਆ ਸਿਰਫ ਤੇ ਸਿਰਫ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਪਣੀ ਪਾਪੂਲੈਰਿਟੀ ਨੂੰ ਅਪ ਕਰਨ ਗਏ ਇਸ ਵੇਲੇ ਹੁਣ ਜੇ ਆਪੋਜੀਸ਼ਨ ਕਹਿੰਦੀ ਹੈ ਵੀ ਤੁਸੀਂ ਕਿਉਂ ਚੱਲੇ ਆ ਇਹ ਮਾੜੀ ਗੱਲ ਹੈ ਕਿਉਂਕਿ ਯੂਕਰੇਨੀਅਨ ਕੈਨੇਡੀਅਨਸ ਦੀਆਂ ਵੋਟਾਂ ਉਹਨਾਂ ਨੂੰ ਵੀ ਚਾਹੀਦੀਆਂ ਨਾ ਹੁਣ ਇਹ ਜਿੱਤ ਆਪਣੇ ਕਹਿੰਦੇ ਹੁੰਦੇ ਨਾ ਆਪਣੇ ਇੰਗਲਿਸ਼ ਦੀ ਕਹਾਵਤ ਹੈ ਵਿਨ ਵਿਨ ਸਿਚੁਏਸ਼ਨ ਹੈ ਇਹ ਜੀ ਕਿਉਂਕਿ ਆਪੋਜੀਸ਼ਨ ਨੇ ਤਾਂ ਬੋਲਣਾ ਨਹੀਂ ਇਸ ਵੇਲੇ ਜੀ ਉਹ ਇਹ ਗੱਲ ਕਹਿਣਗੇ ਨਹੀਂ ਵੀ ਤੁਸੀਂ ਨਾ ਜਾਓ ਜੇ ਕਹਿਣਗੇ ਤਾਂ ਯੂਕਰੇਨੀਅਨ ਕੈਨੇਡੀਅਨ ਕਹਿਣਗੇ ਦੇਖ ਲਓ ਜੀ ਇੱਕ ਬੰਦਾ ਚੱਲਿਆ ਸਾਡੇ ਹੱਕ 'ਚ ਬੋਲਣ ਮਤਲਬ ਕੀ ਕਹਿਣਾ ਇਹਨਾਂ ਯੂਰਪ ਦੇ ਵਿੱਚ ਲੋਕਾਂ ਨੂੰ ਜਿਹੜੇ ਲੀਡਰਸ ਨੂੰ ਮਿਲਣਾ ਆ ਕੀ ਆਈਡੀਆ ਇਹਨਾਂ ਦੇ ਕੋਲ ਕੀ ਉਹ ਜ਼ੂਮ ਮੀਟਿੰਗ ਤੇ ਨਹੀਂ ਕਿਹਾ ਜਾ ਸਕਦਾ ਆਟਵਾ ਜੋ ਬੈਠੇ ਫੋਨ ਕਰਕੇ ਨਹੀਂ ਕਿਹਾ ਜਾ ਸਕਦਾ ਕਿਹੜੀ ਗੱਲ ਹੈ ਜਿਹੜੀ ਉੱਥੇ ਜਾ ਕੇ ਇਹਨਾਂ ਨੇ ਕਹਿਣੀ ਹੈ ਵੱਖ-ਵੱਖ ਲੀਡਰਾਂ ਨੂੰ ਮਿਲਣਾ ਆ ਚਲੋ ਠੀਕ ਹੈ ਤੁਸੀਂ ਯੂਰਪ 'ਚ ਜਾਣਾ ਹੈ ਘੁੰਮਣਾ ਆ ਉਹ ਅਲੱਗ ਗੱਲ ਹੈ ਪਰ ਇਹਦੇ ਵਿੱਚ ਕਿਹੜੀ ਨਵੀਂ ਗੱਲ ਹੈ ਜਿਹਦੇ ਨਾਲ ਯੂਕਰੇਨ ਤੇ ਰੂਸ ਦਾ ਜਿਹੜੀ ਲੜਾਈ ਚੱਲ ਰਹੀ ਹੈ ਇਸ ਵੇਲੇ ਉਹ ਖਤਮ ਹੋ ਜਾਣੀ ਆ ਜਾਂ ਕੋਈ ਖਤਮ ਹੋਣ ਦੇ ਆਸਾਰ ਪੈਦਾ ਕਰ ਸਕਦੇ ਆ ਤੁਸੀਂ ਇੱਕ ਪ੍ਰਪੋਜ਼ਲ ਲੈ ਕੇ ਜਾਓ ਕਿ ਠੀਕ ਹੈ ਯੂਕਰੇਨੀਅਨ ਤੇ ਰਸ਼ੀਅਨ ਲੜ ਰਹੇ ਨੇ ਮੇਰੇ ਕੋਲ ਇੱਕ ਪ੍ਰਪੋਜ਼ਲ ਹੈ ਮੈਂ ਬਾਕੀ ਯੂਰਪੀਅਨ ਮੁਲਕਾਂ ਨੂੰ ਵੀ ਪਹਿਲਾਂ ਤਾਂ ਸ਼ੁਰੂਆਤ ਵੈਸੇ ਵਾਸ਼ਿੰਗਟਨ ਡੀਸੀ ਤੋਂ ਕਰਨੀ ਚਾਹੀਦੀ ਸੀ ਕਿਉਂਕਿ ਐਡੀ ਵੱਡੀ ਤਾਕਤ ਜਿਹੜੀ ਆ ਨੇਟੋ ਦਾ ਮੁਖੀ ਬੈਠਾ ਉੱਥੇ ਉਹਨਾਂ ਨੂੰ ਆਪਣੇ ਨਾਲ ਲਓ ਫਿਰ ਯੂਰਪ ਦੇ ਵਿੱਚ ਜਾਓ ਯੂਰਪੀਅਨ ਜਿਹੜੇ ਲੀਡਰਸ ਨੇ ਉਹਨਾਂ ਨਾਲ ਗੱਲਬਾਤ ਕਰੋ ਇਹ ਸਿਰਫ ਤੇ ਸਿਰਫ ਇੱਕ ਫੋਟੋ ਓਪਰਚੁਨਿਟੀ ਲਈ ਗਏ ਆ ਵੀ ਮੈਂ ਹੁਣ ਬੋਰਿਸ ਜੌਨਸਨ ਦੇ ਨਾਲ ਫੋਟੋ ਖਿਚਾ ਲਈ ਆ ਉਦੋਂ ਬਾਅਦ ਨੈਦਰਲੈਂਡ ਚੱਲ ਜਾਊਂਗਾ ਫਿਰ ਜਰਮਨੀ 'ਚ ਜਾ ਕੇ ਫੋਟੋ ਖਿਚਾਇਆ ਆਊਂਗਾ ਫਿਰ ਬਾਅਦ ਦੇ ਵਿੱਚ ਦੇਖਿਓ ਜਿਹੜੇ ਕੈਨੇਡੀਅਨ ਫੋਰਸਸ ਦੇ ਬੰਦੇ ਬਿਠਾਏ ਆ ਨਾ ਲੜਾਈ ਤਾਂ ਹੋ ਰਹੀ ਹੈ ਰੂਸ ਤੇ ਯੂਕਰੇਨ ਦੀ ਇਹ ਵੈਸਟਰਨ ਯੂਰਪ 'ਚ ਬੈਠੇ ਜਿੱਦਾਂ ਸਾਡੇ ਇਲੈਕਸ਼ਨ ਆਬਜ਼ਰਵਰ ਬੈਠੇ ਸੀ ਨਾ ਅਮਾਨ ਦੇ ਵਿੱਚ ਇਹ ਉਹਨਾਂ ਨਾਲ ਫੋਟੋ ਖਿਚਾ ਕੇ ਆਉਣਗੇ ਫਿਰ ਫੌਜੀਆਂ ਦੇ ਵਿਚਕਾਰ ਖੜੇ ਹੋ ਕੇ ਇਹ ਹੈਗੀ ਆ ਸਿਰਫ ਤੇ ਸਿਰਫ ਆਪਣੀ ਰੇਟਿੰਗ ਤਾਂ ਨੂੰ ਕਰਨ ਦੀ ਗੱਲ ਸਾਰੀ ਵੋਟ ਬੈਂਕ ਵਧਾਉਣ ਦੀ ਹੈ ਵੋਟ ਬੈਂਕ ਬਿਲਕੁਲ ਸ਼ਰੇਆਮ ਵੋਟ ਬੈਂਕ ਵਧਾਉਣ ਦੀ ਗੱਲ ਹੈ ਤੇ ਆਪੋਜੀਸ਼ਨ ਇਸ ਕਰਕੇ ਚੁੱਪ ਬੈਠੀ ਹੈ ਕਿ ਜੇ ਅਸੀਂ ਬੋਲੇ ਸਾਡੀਆਂ ਨਾ ਵੋਟਾਂ ਘਟ ਜਾਣ ਉਹਨਾਂ ਦੀ ਗੱਲ ਸਾਰੀ ਵੋਟ ਬੈਂਕ ਦੀ ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦੀਆਂ ਵੋਟਾਂ ਘਟਣ ਇਸ ਕਰਕੇ ਉਹਨਾਂ ਨੂੰ ਵੀ ਮਜਬੂਰੀ 'ਚ ਹੁਣ ਉਹਨਾਂ ਨੂੰ ਚੁੱਪ ਬੈਠਣਾ ਪੈਣਾ ਇਸ ਕਰਕੇ ਇਹਨਾਂ ਦੇ ਐਕਚੁਅਲੀ ਹੱਕ ਦੇ ਵਿੱਚ ਆਇਆ ਇਸ ਵੇਲੇ ਕਿ ਜਸਟਿਨ ਟਰੂਡੋ ਵੈਸਟਰਨ ਯੂਰਪ ਦੇ ਵਿੱਚ ਜਾਣ ਤੇ ਉਹਦਾ ਕਰਕੇ ਸ਼ਾਇਦ ਲੋਕੀ ਪੁਰਾਣੀਆਂ ਗੱਲਾਂ ਭੁੱਲ ਜਾਣ ਤੇ ਹੁਣ ਨਵੀਂ ਗੱਲ ਦਾ ਕਰਕੇ ਇਹਨਾਂ ਦੀ ਹਮਾਇਤ ਕਰਨ ਇਸ ਸਮੇਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਆਵਾਜ਼ ਡਾਕਟਰ ਸ਼ਿੰਦਰ ਪੁਰੇਵਾਲ ਤੇ ਸੁਖਜੀਤ ਮੰਗਤ ਦੇ ਨਾਲ ਡਾਕਟਰ ਸਾਹਿਬ ਅਗਲੀ ਵੱਡੀ ਖਬਰ ਵੱਲ ਰੁਖ ਕਰਦੇ ਹਾਂ ਪੋਪ ਫ੍ਰਾਂਸਿਸ ਨੇ ਰਸ਼ੀਆ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਰਸ਼ੀਆ ਵੱਲੋਂ ਕਿਹਾ ਜਾ ਰਿਹਾ ਸੀ ਕਿ ਯੂਕਰੇਨ ਵਿੱਚ ਸਪੈਸ਼ਲ ਮਿਲਟਰੀ ਆਪਰੇਸ਼ਨ ਚੱਲ ਰਿਹਾ ਤੇ ਪੋਪ ਨੇ ਕਿਹਾ ਕਿ ਯੂਕਰੇਨ ਸੰਕਟ ਇੱਕ ਜੰਗ ਹੈ ਇਹ ਕੋਈ ਮਿਲਟਰੀ ਆਪਰੇਸ਼ਨ ਨਹੀਂ ਵੈਸੇ
ਜੇ ਤੁਸੀਂ ਖਬਰ ਇਹੀ ਸੁਣਦੇ ਨਾ ਤੇ ਬੰਦਾ ਹੱਸੂਗਾ ਵੀ ਇਹ ਕਾਮੇਡੀ ਦੀ ਗੱਲ ਹੈ। ਹਾਂਜੀ ਬਿਲਕੁਲ। ਕਿ ਇੱਕ ਕਹਿਣਾ ਇਹ ਮਿਲਟਰੀ ਆਪਰੇਸ਼ਨ ਨਹੀਂ, ਜੰਗ ਹੈ। ਜੰਗ ਕੀ ਹੁੰਦੀ ਆ? ਆਹ ਮਿਲਟਰੀ ਆਪਰੇਸ਼ਨ ਹੀ ਹੁੰਦਾ ਜੀ। ਮਿਲਟਰੀ ਵਾਲੇ ਕਦੇ ਟ੍ਰੇਨਿੰਗ ਨਹੀਂ ਦਿੰਦੇ ਵੀ ਤੁਸੀਂ ਸਵੇਰ ਨੂੰ ਉੱਠਿਆ ਕਰੋ ਤਾਂ ਫੁੱਲ ਦੇ ਕੇ ਆਇਆ ਕਰੋ ਲੋਕਾਂ ਨੂੰ। ਉਹਨਾਂ ਨੂੰ ਅਸੀਂ ਇਹੀ ਸਿਖਾਉਂਦੇ ਆ। ਮੈਂ ਵੀ ਮਿਲਟਰੀ ਟ੍ਰੇਨਿੰਗ ਲਈ ਆ ਇੱਥੇ ਜੀ। ਸਾਨੂੰ ਇਹ ਸਿਖਾਉਂਦੇ ਵੀ ਇੱਕ ਬੁਲਟ ਪਾਇਆ ਹੈ ਨਾ, ਉਹਨਾਂ ਇੱਕ ਬੰਦਾ ਮਰਨਾ ਚਾਹੀਦਾ ਮੋਰੇ, ਦੂਸਰਾ ਬੁਲਟ ਵੇਸਟ ਨਹੀਂ ਕਰਨਾ ਤੁਸੀਂ। ਇਹ ਕੰਮ ਹੈ ਮਿਲਟਰੀ ਆਪਰੇਸ਼ਨ ਦਾ। ਜਦੋਂ ਆਪਣੇ ਆਪ ਜਿਹੜਾ ਸਾਡੇ ਸਾਈਡ ਤੇ ਆ ਉਹਦੇ ਘੱਟ ਕੈਜੂਅਲਟੀ ਹੋਵੇ, ਮੋਹਲਿਆਂ ਦੀਆਂ ਜ਼ਿਆਦਾ ਹੋਣ ਜੀ। ਇਹਨੂੰ ਲੜਾਈ ਕਹਿੰਦੇ, ਹੋਰ ਤਾਂ ਕਿਸੇ ਨੂੰ ਲੜਾਈ ਨਹੀਂ ਕਹਿੰਦੇ ਜੀ ਜੀ। ਤੇ ਪਰ ਇਹ ਕਿਉਂ? ਇਹ ਹੁਣ ਸਵਾਲ ਦੂਸਰਾ ਆਉਂਦਾ ਵੀ ਉੱਥੇ ਰਿਪੋਰਟਰ ਵੀ ਹੋਣੇ ਆ, ਪੱਤਰਕਾਰ ਵੀ ਹੋਣੇ, ਜਿਹੜੇ ਪੁੱਛਣ ਤਾਂ ਸਹੀ ਵੀ ਭਾਈ ਤੁਸੀਂ ਆਹ ਗੱਲ ਕਹਿਤੀ ਉਦਾਂ ਹੀ ਵੈਸੇ ਹੀ ਸੋਚੇ ਤੋਂ ਬਿਨਾਂ ਹੀ, ਤੇ ਇਹਦਾ ਮਤਲਬ ਕੀ ਹੈ? ਹੁਣ ਇਹਦੇ ਤੇ ਇੱਕ ਗੱਲ ਸੋਚਣ ਵਾਲੀ ਹੈ ਕਿ ਵੱਖ-ਵੱਖ ਸੰਸਥਾਵਾਂ, ਵਾਈਟ ਹਾਊਸ, ਪੋਪ ਹੈ, ਚਾਹੇ ਪ੍ਰਾਈਮ ਮਿਨਿਸਟਰ ਹੈ, ਜੇ ਉਹ ਇਹਨਾਂ ਦੇ ਕੋਲ ਇੱਕ ਖਾਸ ਪ੍ਰੈਸ ਕੋਰ ਹੁੰਦੀ ਹੈ ਔਰ ਉਸ ਪ੍ਰੈਸ ਕੋਰ ਦੇ ਕ੍ਰੈਡੈਂਸ਼ੀਅਲ ਦਿੱਤੀਆਂ ਜਾਂਦੀਆਂ ਉਹਨਾਂ ਨੂੰ। ਇੱਕ ਤੁਸੀਂ ਜੇ ਰਿਪੋਰਟਰ ਵੈਸੇ ਹੀ ਜਾਵੇ, ਸੁਖਜੀਤ ਮੰਗਟ ਕਵੇ ਮੈਨੂੰ ਇੱਥੇ ਵਾਈਟ ਹਾਊਸ ਦੇ ਵਿੱਚ ਮੈਂ ਸਵਾਲ ਪੁੱਛਣ ਆਈ ਹਾਂ, ਉਹਨਾਂ ਨੇ ਨਹੀਂ ਰੱਖਣਾ ਜੀ। ਉਹਨਾਂ ਨੇ ਦੇਖਣਾ ਕਿ ਕਿਹੜੀ ਆਰਗੇਨਾਈਜੇਸ਼ਨ ਵੱਲੋਂ ਆਏ ਆ। ਹਾਂਜੀ, ਨਿਊਯਾਰਕ ਟਾਈਮ ਦੇ ਆਏ ਆ, ABC ਵੱਲੋਂ ਆਏ ਆ, CNN ਦੇ ਆਏ ਆ, ਮੋਟੀਆਂ-ਮੋਟੀਆਂ ਸੰਸਥਾਵਾਂ ਦੇ, ਰਾਇਟਰਸ ਵੱਲੋਂ, AP ਵੱਲੋਂ। ਫਿਰ ਉਹ ਉਹਨਾਂ ਦੇ ਐਡੀਟਰਸ ਨੂੰ ਲਿਖਦੇ ਆ, ਉਹਨਾਂ ਦੇ ਓਨਰਸ ਨੂੰ ਲਿਖਣਗੇ ਕਿ ਤੁਸੀਂ ਇੱਕ ਹੋਰ ਰਿਪੋਰਟਰ ਭੇਜੋ ਜਿਹੜਾ ਉਹਨੂੰ ਪਹਿਲਾਂ ਸਿਖਾ ਕੇ ਭੇਜੋ ਵੀ ਕਿੱਦਾਂ ਦੇ ਸਵਾਲ ਕਰਨੇ ਆ ਤੁਸੀਂ। ਔਰ ਉਹਨਾਂ ਦੇ ਫਿਰ ਐਡੀਟਰਸ ਉਹਨਾਂ ਨੂੰ ਦੱਸਦੇ ਆ ਕਿ ਇਦਾਂ ਦੀ ਗੱਲ ਨਹੀਂ ਕਰਨੀ ਜਿਹਨਾਂ ਪ੍ਰੈਜ਼ੀਡੈਂਟ ਦੁਖੀ ਹੋ ਜਾਵੇ ਤੁਹਾਡੇ ਤੋਂ, ਕਿਉਂਕਿ ਉਹਨੇ ਫਿਰ ਸਾਨੂੰ ਕੰਟੈਕਟ ਕਰਨਾ ਜੀ। ਸੋ ਇਹ ਇੱਕ ਕ੍ਰੈਡੈਂਸ਼ੀਅਲ ਲੈਣ ਦੀ ਗੱਲ ਹੈ। ਤੁਸੀਂ ਵਾਈਟ ਹਾਊਸ ਦੇ ਰਿਪੋਰਟਰਸ ਨੂੰ ਦੇਖੋ, ਉਹਨਾਂ ਦੇ ਈਵਨ ਸੀਟਿੰਗ ਅਰੇਂਜਮੈਂਟ ਇਦਾਂ ਦਾ ਹੁੰਦਾ। ਪਹਿਲਾਂ CNN ਨਾਲ ਬੈਠੂਗਾ, ਨਿਊਯਾਰਕ ਟਾਈਮ ਵਾਲਾ ਬੈਠੂਗਾ, ਨਾਲ ABC ਵਾਲਾ ਬੈਠੂਗਾ, ਫੌਕਸ ਨੈਟਵਰਕ ਵਾਲਾ ਤਾਂ ਬੈਠੂਗਾ ਜੇ ਰਿਪਬਲਿਕਨ ਪਾਰਟੀ ਹੋਊਗੀ, ਨਹੀਂ ਤਾਂ ਉਹ ਪਿੱਛੇ ਬੈਠੂਗਾ ਜੀ ਜੀ। ਅੱਛਾ, ਇਹ ਹਰ ਇੱਕ ਗੱਲ ਨੂੰ ਫਿਰ ਉਹਨਾਂ ਨੂੰ ਚਿੰਤਾ ਇਸ ਗੱਲ ਦੀ ਰਹਿੰਦੀ ਹੈ ਕਿ ਅਸੀਂ ਸਵਾਲ ਪੁੱਛਣੇ ਜਿਹੜੇ ਆ ਉਹਨਾਂ ਦਾ ਕੋਈ ਮਤਲਬ ਨਹੀਂ ਹੋਣਾ ਚਾਹੀਦਾ। ਕਿਉਂਕਿ ਜੇ ਅਸੀਂ ਕਈ ਵਾਰੀ ਪੜ੍ਹਾਉਂਦੇ ਸੋਚਦੇ ਨੇ ਬਾਹਰ ਦੇ ਵਿੱਚ ਕਿ ਯਾਰ ਮੈਂ ਉੱਥੇ ਬੈਠਾ ਹੋਵਾਂ ਤੇ ਫਿਰ ਸਵਾਲ ਤਾਂ ਪੁੱਛਾਂ ਨਾ ਵੀ ਆਹ ਭਾਈ ਗੱਲ ਕੀ ਹੋ ਰਹੀ ਆ, ਆਹ ਗੱਲ ਕਿਉਂ ਕਹੀ ਹੈ ਤੁਸੀਂ। ਤੇ ਜਰਨਲਿਜ਼ਮ ਦੇ ਪ੍ਰੋਫੈਸਰ ਨੂੰ ਪੁੱਛੀਦਾ, ਉਹ ਕਹਿੰਦੇ ਕਿ ਠੀਕ ਹੈ ਅਸੀਂ ਵੀ ਇਹੀ ਸਿਖਾਉਂਦੇ ਆ ਕਿ ਤੁਸੀਂ ਸਵਾਲ ਪੁੱਛੋ, ਪਰ ਜਦੋਂ ਇਹਨਾਂ ਨੇ ਨੌਕਰੀਆਂ ਲੈਣੀਆਂ ਜਾ ਕੇ ਸਾਡੇ ਸਟੂਡੈਂਟਸ ਨੇ, ਅਸੀਂ ਤਾਂ ਸਿਖਾਤਾ ਇਹਨਾਂ ਨੂੰ ਸਭ ਕੁਝ। ਇਹਨਾਂ ਨੂੰ ਐਡੀਟਰਸ ਨੇ ਦੱਸਣਾ ਆ ਕਿ ਆਹ ਗੱਲ ਕਹਿਣੀ ਆ, ਆਹ ਗੱਲ ਪੁੱਛਣੀ ਆ, ਤੁਸੀਂ ਆਪਣੇ ਆਪ ਦਿਮਾਗ ਨਹੀਂ ਵਰਤਣਾ। ਇਹ ਉਹਨਾਂ ਨੂੰ ਸਿਖਾ ਕੇ ਭੇਜਦੇ ਆ, ਆਹ ਗੱਲ ਅਸੀਂ ਛਾਪਣੀ ਆ, ਆਹ ਨਹੀਂ ਛਾਪਣੀ। ਤੇ ਸਭ ਤੋਂ ਇੱਕ ਮੇਰਾ ਖਿਆਲ ਜਰਨਲਿਜ਼ਮ ਦੇ ਸਕੂਲ ਦੇ ਵਿੱਚ ਪੜ੍ਹਾਉਂਦੇ ਵੀ ਆ, ਸੈਮ ਡੋਨਲਡਸਨ ਹੁੰਦਾ ਸੀ ABC ਦਾ ਰਿਪੋਰਟਰ। ਰੋਨਾਲਡ ਰੇਗਨ ਦੇ ਸਮੇਂ, ਰੇਗਨ ਉਦੋਂ ਪ੍ਰੈਜ਼ੀਡੈਂਟ ਹੁੰਦੇ ਸੀ। ਸਭ ਤੋਂ ਫੋਕੀ ਗੱਲ, ਜਿੱਦਾਂ ਜੇ ਦੁਨੀਆ ਦੇ ਵਿੱਚ ਕੋਈ ਫੁਕਰਾ ਕੁਐਸਚਨ ਕਹਿਣਾ ਹੋਵੇ ਨਾ, ਤਾਂ ਉਹਦਾ ਸਵਾਲ ਸੀ। ਉਹਨਾਂ ਦਿਨਾਂ ਦੇ ਵਿੱਚ ਸੋਵੀਅਤ ਯੂਨੀਅਨ ਤੇ ਯੂਨਾਈਟਿਡ ਸਟੇਟ ਦੀ ਇੱਕ ਹਥਿਆਰਾਂ ਦੀ ਦੌੜ ਲੱਗੀ ਹੋਈ ਸੀ। ਉਹਨਾਂ ਨੇ ਇੰਨੀਆਂ ਮਿਸਾਈਲਾਂ ਬਣਾ ਲਈਆਂ, ਇਹਨਾਂ ਨੇ ਇੰਨੀਆਂ ਮਿਸਾਈਲਾਂ ਬਣਾ ਲਈਆਂ, ਉਹਨਾਂ ਨੇ ਇੰਨੀਆਂ ICBM ਬਣਾ ਲਈਆਂ, ਇਹਨਾਂ ਨੇ ਇੰਨੀਆਂ ਬਣਾ ਲਈਆਂ। ਦੁਨੀਆ ਦੇ ਵਿੱਚ ਇਹ ਖਤਰਾ ਪੈਦਾ ਹੋ ਗਿਆ ਕਿ ਨਿਊਕਲੀਅਰ ਜੰਗ ਲੱਗ ਜਾਣੀ ਹੈ। ਇਸ ਹੱਦ ਤਾਈਂ ਪਹੁੰਚ ਚੁੱਕੇ ਸੀ। ਪ੍ਰੈਜ਼ੀਡੈਂਟ ਗੋਰਬਾਚੋਵ ਜਦੋਂ ਆਏ ਵਾਪਸ ਉੱਥੇ ਸੋਵੀਅਤ ਯੂਨੀਅਨ ਦੇ ਜਨਰਲ ਸੈਕਟਰੀ ਬਣੇ ਨੇ, ਉਦੋਂ ਬਾਅਦ ਉਹਨਾਂ ਨੇ ਇੱਕ ਸਮਿਟ ਮੀਟਿੰਗ ਕੀਤੀ ਪ੍ਰੈਜ਼ੀਡੈਂਟ ਰੇਗਨ ਦੇ ਨਾਲ, ਜਿਹੜੀ ਆਈਸਲੈਂਡ ਦੇ ਵਿੱਚ ਹੋਈ ਸੀ। ਤੇ ਹੁਣ ਜਾਣਾ ਕਿਹਨਾਂ ਨੇ ਬੰਦਿਆਂ ਨੇ ਨਾਲ ਪ੍ਰੈਜ਼ੀਡੈਂਟ ਦੇ ਨਾਲ, ਉਹੀ ਜਿਨ੍ਹਾਂ ਨੂੰ ਕ੍ਰੈਡੈਂਸ਼ੀਅਲ ਦਿੱਤੀਆਂ ਜੀ ਜੀ। ਤੇ ABC ਦਾ ਰਿਪੋਰਟਰ ਖਾਸ ਤੌਰ ਤੇ ਪ੍ਰੈਜ਼ੀਡੈਂਟ ਰੇਗਨ ਦਾ ਬਹੁਤ ਮਤਲਬ ਫੇਵਰੇਟ ਬੰਦਾ ਹੁੰਦਾ ਸੀ, ਸੈਮ ਡੋਨਲਡਸਨ ਨਾਂ ਸੀ ਉਹਦਾ। ਔਰ ਸਭ ਤੋਂ ਪਹਿਲਾ ਸਵਾਲ ਰੋਨਾਲਡ ਰੇਗਨ ਨੇ ਉਹਨੂੰ ਹੀ ਕਿਹਾ ਵੀ ਤੂੰ ਪੁੱਛ, ਜਦੋਂ ਉਹ ਸਮਿਟ
ਤੋਂ ਖਤਮ ਕਰਕੇ ਆਏ। ਹੁਣ ਸਮਰੱਥਾ ਹੋ ਰਿਹਾ ਦੁਨੀਆ ਵਿੱਚ ਸ਼ਾਂਤੀ ਲਿਆਉਣ ਲਈ, ਹਥਿਆਰਾਂ ਨੂੰ ਘੱਟ ਕਰਨ ਲਈ। ਸੈਮ ਡੋਨਲਡਸਨ ਪੁੱਛਦਾ ਆ ਉਹਨੂੰ, ਮਿਸਟਰ ਪ੍ਰੈਜ਼ੀਡੈਂਟ ਅੱਜ ਸਵੇਰੇ ਬ੍ਰੇਕਫਾਸਟ ਲਈ ਕੀ ਖਾਧਾ? ਬਸ ਉਹਨਾਂ ਦੀ ਦੁਨੀਆ ਭਰ ਦੇ ਵਿੱਚ ਬਾਕੀ ਪੱਤਰਕਾਰਾਂ ਨੇ ਫਿਰ ਐਸੀ ਛਿੱਲ ਆਈ ਹੈ ਨਾ ਵੀ ਤੁਹਾਨੂੰ ਅਮਰੀਕਾ ਤੋਂ ਆਪਣੇ ਜਹਾਜ਼ ਦੇ ਵਿੱਚ ਉਹ ਨਾਲ ਲੈ ਕੇ ਗਏ ਆ। ਇੱਕ ਇਹ ਆਸ ਕਰਦੇ ਆ ਕਿ ਕੋਈ ਸਵਾਲ ਪੁੱਛਣਗੇ ਵੀ ਕਿੰਨੇ ICBM ਘੱਟ ਹੋਏ ਆ, ਕਿੰਨੇ ਬੰਬ ਘੱਟ ਹੋਏ ਆ, ਕੀ ਤੁਸੀਂ ਜਿਹੜੀ ਹਥਿਆਰਾਂ ਦੀ ਦੌੜ ਚੱਲਦੀ ਹੈ ਖਤਮ ਕਰੋਗੇ? ਲੋਕਾਂ ਨੂੰ ਫਿਕਰ ਲਗਾਇਆ ਕਿ ਹਥਿਆਰਾਂ ਦੀ ਦੌੜ ਇੱਥੇ ਤਾਈਂ ਪਹੁੰਚ ਚੁੱਕੀ ਹੈ ਕਿ ਲੜਾਈ ਲੱਗ ਜਾਣੀ ਹੈ, ਇਹ ਕਿੱਦਾਂ ਖਤਮ ਕਰਨੀ ਹੈ? ਤਾਂ ਤੁਸੀਂ ਕੀ ਪੁੱਛ ਰਹੇ ਆ ਵੀ ਮੈਨੂੰ ਦੱਸ ਵੀ ਤੂੰ ਆਂਡੇ ਖਾਧੇ ਆ ਕਿ ਓਟਮੀਲ ਖਾਧਾ ਹੈ? ਸੋ ਇਹ ਇੱਕ ਜਿਹੜੀ ਆਹ ਪੋਪ ਫ੍ਰਾਂਸਿਸ ਦੀ ਗੱਲ ਹੈ ਨਾ, ਵਾਰ ਨਹੀਂ ਇਹ ਮਿਲਟਰੀ ਆਪਰੇਸ਼ਨ ਹੈ। ਮਤਲਬ ਉਹਨੂੰ ਤਾਂ ਕਹਿਤਾ ਬਿਨਾਂ ਸੋਚਿਓ ਕਹਿਤਾ। ਵੈਸੇ ਹਾਂਜੀ ਛਾਪਣ ਵਾਲਿਆਂ ਦੀ ਗੱਲ ਹੈ ਹੁਣ, ਤਾਂ ਮੋਹਰੇ ਪੱਤਰਕਾਰਾਂ ਦੀ ਗੱਲ ਹੈ, ਇਹ ਕ੍ਰੈਡੈਂਸ਼ੀਅਲ ਦੀ ਗੱਲ ਹੋ ਗਈ। ਤੇ ਕ੍ਰੈਡੈਂਸ਼ੀਅਲ ਦੇ ਵਿੱਚ ਸਾਡੇ ਹੈਗੀ ਹੈ, ਜਿੱਦਾਂ ਅਸੀਂ ਰਸਮਾਂ ਨਹੀਂ ਬਣਾ ਲੈਂਦੇ, ਹਰ ਇੱਕ ਸੰਸਥਾ ਦੀ ਰਸਮ ਬਣੀ ਆ ਜਿਹਨੂੰ ਅਸੀਂ ਰਾਈਟਸ ਐਂਡ ਰਿਚੁਅਲਸ ਕਹਿੰਦੇ ਆ, ਜਿਨ੍ਹਾਂ ਰਸਮਾਂ ਨੂੰ ਕੋਈ ਕਦਰਾਂ ਕੀਮਤਾਂ ਕਹਿ ਲਓ, ਕੁਛ ਵੀ ਬਣ ਜਾਂਦੀਆਂ। ਅਸੀਂ ਉਹ ਜਿਹੜੀ ਅਸਲੀ ਗੱਲ ਭੁੱਲ ਜਾਂਦੇ ਆ। ਜਿੱਦਾਂ ਗੁਰੂ ਨਾਨਕ ਦੇ ਵੇਲੇ ਦੇ ਵਿੱਚ ਜਦ ਪੰਡਤ ਥਾਲ ਦੇ ਵਿੱਚ ਦੀਵੇ ਪਾ ਕੇ ਤਾਂ ਆਰਤੀ ਕਰਦੇ ਹੁੰਦੇ ਸੀ। ਗੁਰੂ ਨਾਨਕ ਦੇਵ ਜੀ ਫਿਰ ਉਹਨਾਂ ਨੂੰ ਮਜ਼ਾਕ ਦੇ ਵਿੱਚ ਕਹਿੰਦੇ, ਦੇਖੋ ਬਾਹਰ ਨਿਕਲ ਕੇ ਦੇਖੋ ਤੁਸੀਂ, ਗगन में थाल रवि चंद दीपक बने तारका मंडल बुलंद ज्योति। ਉਹ ਕਹਿੰਦੇ ਬਾਹਰ ਜਾ ਕੇ ਦੇਖੋ ਤੁਸੀਂ, ਆਕਾਸ਼ ਜਿਹੜਾ ਹੈ ਉਹਦੇ ਤਾਰੇ ਜਿਹੜੇ ਆ ਇਦਾਂ ਲੱਗਦੇ ਜਿੱਦਾਂ ਦੀਵੇ ਵਾਲੇ ਹੁੰਦੇ ਆ ਜੀ। ਤਾਂ ਇਦੋਂ ਕਿਤੇ ਵੱਡੇ ਆ, ਕਿਤੇ ਜ਼ਿਆਦਾ ਉਹਨਾਂ ਦੀ ਰੋਸ਼ਨੀ ਹੈ। ਕੁਦਰਤ ਤਾਂ ਆਪਣੇ ਆਪ ਹੀ ਆਰਤੀ ਕਰ ਰਹੀ ਹੈ। ਮਤਲਬ ਉਹਨਾਂ ਦਾ ਸੀ ਵੀ ਰਸਮਾਂ ਜਿਹੜੀਆਂ ਇਹ ਰੀਤਾਂ ਤੁਰੀਆਂ ਆ, ਤੁਸੀਂ ਐਵੇਂ ਹੀ ਲੋਕਾਂ ਨੂੰ ਬੁੱਧੂ ਬਣਾਉਣ ਲਈ, ਇਹ ਠੀਕ ਨਹੀਂ। ਪਰ ਹੁੰਦਾ ਕੀ ਹੈ, ਹੁਣ ਸਾਡੇ ਧਰਮ ਦੇ ਵਿੱਚ ਵੀ ਉਹੀ ਕੁਛ ਹੈ। ਮੈਂ ਇੱਕ ਜਗ੍ਹਾ ਤੇ ਆਹ ਜਿਹੜਾ ਸ਼ਬਦ ਇਹਦੀ ਨਿਖੇਧੀ ਕਰਦਾ, ਮੈਂ ਇਹ ਸ਼ਬਦ ਤੇ ਗਾਉਂਦੇ ਦੇਖੇ ਆ, ਆਰਤੀ ਕਰਦੇ ਦੇਖੇ ਇੱਥੇ। ਔਰ ਉਹਨਾਂ ਨੇ ਹੱਥ ਦੇ ਵਿੱਚ ਫੜੇ ਆ ਉਹ ਥਾਲ ਤੇ ਉਹ ਕਰਦੇ, ਗगन में थाल रवि चंद दीपक बने, ਢੋਲ ਵੱਜ ਰਹੇ ਆ ਉੱਥੇ। ਮੈਂ ਕਿਹਾ ਦੇਖੋ ਮੂਰਖਤਾ ਦੀ ਹੱਦ। ਇਹ ਹਰ ਇੱਕ ਸੰਸਥਾ ਦੇ ਵਿੱਚ, ਜਿੱਦਾਂ ਹੁਣ ਇੱਕ ਸਾਡੇ ਰਿਵਾਜ ਤੁਰਿਆ ਆ ਹਾਲੇ ਵੀ। ਹੁਣ ਦੀ ਜਵਾਨ ਪੀੜ੍ਹੀ ਨੇ ਸ਼ਾਇਦ ਸੋਚਿਆ, ਹੁਣ ਸਾਡੇ ਕਹਿੰਦੇ ਹੁੰਦੇ ਕਿ ਜੇ ਲੜਕੀ ਨੇ ਜਾਂ ਲੜਕੇ ਨੇ ਵਿਆਹ ਕਰਾਉਣਾ ਤਾਂ ਨਵਾਂ ਸੂਟ ਹੋਣਾ ਚਾਹੀਦਾ। ਉਹਦਾ ਲਹਿੰਗਾ ਲੈਣਾ ਆ 5 ਲੱਖ ਦਾ, 3 ਲੱਖ ਦਾ, ਪਾਉਣਾ ਆ 2 ਘੰਟੇ ਜੀ। ਹੁਣ ਰੈਂਟ ਕਰਨ ਵਾਲੀਆਂ ਦੁਕਾਨਾਂ ਖੁੱਲ ਗਈਆਂ, ਉਹ ਕਹਿੰਦੇ ਸਾਡੇ ਰੈਂਟ ਕਰ ਲਓ। ਉਹ ਕਈ ਕਹਿ ਦਿੰਦੇ ਬ੍ਰਾਂਡ ਨਿਊ ਹੈਗਾ, ਜੇ ਬ੍ਰਾਂਡ ਨਿਊ ਰੈਂਟ ਕਰਨਾ ਉਹਦੀ ਅਲੱਗ ਪ੍ਰਾਈਸ ਹੈ, ਜੇ ਮਤਲਬ 4-5 ਘੰਟੇ ਪਹਿਲਾਂ ਕਿਸੇ ਨੇ ਯੂਜ਼ ਕੀਤਾ ਤਾਂ ਉਹਦੀ ਅਲੱਗ ਪ੍ਰਾਈਸ ਹੈ। ਜੀ। ਉਹ ਦਿਮਾਗ 'ਚ ਸਾਡੇ ਬੜਿਆ ਨਾ ਰਸਮ ਆ, ਇੱਕ ਰੀਤ ਬਣਾਤੀ ਕਿ ਇਹ ਨਵੀਂ ਚੀਜ਼ ਖਰੀਦਣਗੇ ਤਾਂ ਹੀ ਤਾਂ ਵਿਕੂਗੀ। ਔਰ ਨਵੀਂ ਚੀਜ਼ ਕਹਿੰਦੇ ਹੁੰਦੇ ਜੇ ਉਹ ਪੁਰਾਣਾ ਪਾ ਲਿਆ, ਜੇ ਉਹਦਾ ਡਿਵੋਰਸ ਹੋ ਗਿਆ ਤਾਂ ਇਹਦਾ ਵੀ ਹੋ ਜਾਣਾ। ਹੁਣ ਮੈਂ ਨਵਿਆਂ ਵਾਲਿਆਂ ਦੇ ਬਹੁਤ ਡਿਵੋਰਸ ਦੇਖੇ। ਕੋਈ ਕਿਸੇ ਨੇ ਨਵਾਂ ਸੂਟ ਪਾਇਆ, ਕਿਸੇ ਨੇ ਪੁਰਾਣਾ ਪਾਇਆ, ਕੋਈ ਫਰਕ ਨਹੀਂ ਲੱਗਦਾ। ਹਰ ਇੱਕ ਚੀਜ਼ ਦੇ ਵਿੱਚ, ਜਿੱਦਾਂ ਅਸੀਂ ਸੂਟ ਬੂਟ ਪਾ ਕੇ ਬੈਠੇ, ਮੈਂ ਇੱਥੇ ਕੱਛਾ ਪਾ ਕੇ ਵੀ ਬੈਠ ਸਕਦਾ। ਵੈਸੇ ਮੈਂ ਹੁਣ ਮੈਨੂੰ ਇੱਕ ਪ੍ਰੋਫੈਸ਼ਨਲ ਇਹ ਗੱਲ ਹੈ, ਇਹ ਵੀ ਰੀਤ ਆ, ਪ੍ਰੋਫੈਸ਼ਨਲ ਰੀਤ ਬਣੀ ਆ ਕਿ ਟਾਈ ਲਾ ਕੇ ਬੈਠਣਾ ਆ, ਤੁਸੀਂ ਸੂਟ ਪਾ ਕੇ ਆਉਣਾ ਆ, ਤੇ ਸ਼ੂਜ਼ ਜਿਹੜੇ ਆ ਚਮਕਦੇ ਪਾਉਣੇ ਚਾਹੀਦੇ ਆ, ਜਰਾਬਾਂ ਕਿੱਦਾਂ ਦੀਆਂ ਪਾਉਣੀਆਂ, ਇਹ ਰੀਤਾਂ ਹੀ ਆ। ਹਾਂਜੀ। ਵੈਸੇ ਤਾਂ ਕੋਈ ਏਦਾਂ ਦੀ ਗੱਲ ਨਹੀਂ ਕਿ ਮੈਂ ਪਜਾਮਾ ਪਾ ਕੇ ਉਹੀ ਕੁਝ ਪੜਾਉਣਾ। ਵੈਸੇ ਤਾਂ ਮੇਰਾ ਦਿਮਾਗ ਤਾਂ ਨਹੀਂ ਚੇਂਜ ਹੋ ਜਾਣਾ ਮੈਂ ਟਾਈ ਲਾਏ ਤੇ, ਪਰ ਉਹ ਰੀਤ ਹੈ। ਹਾਂਜੀ। ਅਸੀਂ ਕਹਿੰਦੇ ਕਿ ਉਹ ਵਧੀਆ ਪ੍ਰੋਫੈਸਰ ਵਧੀਆ ਲੱਗਦਾ ਕਿ ਉਹਨੇ ਟਾਈ ਲਾਈ ਆ, ਮਤਲਬ ਆਪਣੀ ਕਲਾਸ ਦੇ ਮੂਹਰੇ ਖੜਾ। ਜੇ ਮੈਂ ਕੁੜਤਾ ਪਜਾਮਾ ਪਾ ਕੇ ਖੜਾ ਹਾਂ ਸ਼ਾਇਦ ਧਿਆਨ ਨਾ ਦੇਣ, ਸ਼ਾਇਦ ਤੁਹਾਨੂੰ ਉਨੀ ਸੀਰੀਅਸਲੀ ਨਾ ਲੈਣ। ਹੁਣ ਇੱਕ ਗੱਲ ਕਰਦੇ ਹਾਂ, ਇਸੇ ਰੀਤ ਦੀ ਗੱਲ ਕਰਦੇ ਹਾਂ। ਤਾਇਵਾਨ ਜਿਸ ਦਿਨ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ ਨਾ,
ਉਸੇ ਦਿਨ ਤਾਇਵਾਨ ਵਾਲਿਆਂ ਨੂੰ ਫਿਕਰ ਪੈ ਗਿਆ ਵੀ ਸਾਨੂੰ ਵੀ ਫੂਕ ਦਿੰਦੇ ਆ ਇਹ ਅਮਰੀਕਾ ਵਾਲੇ ਤਾਂ ਨੇਟੋ ਵਾਲੇ, ਚੀਨ ਤੋਂ ਡਰੋ ਨਾ, ਤੁਸੀਂ ਖੜੋ, ਤੁਸੀਂ ਸਾਡੇ ਤੋਂ ਹਥਿਆਰ ਖਰੀਦੋ। ਜੇ ਇਹਨਾਂ ਨੇ ਤਾਂ ਹਥਿਆਰ ਵੇਚਣੇ ਹੁੰਦੇ ਆ, ਕਹਿੰਦੇ ਨੇ ਭਾਵੇਂ ਜਾਂਦੇ ਹੀ ਰੰਡੀ ਹੋ ਜਾਵੇ, ਲਾਗੀਆਂ ਨੇ ਤਾਂ ਲਾਗ ਹੀ ਲੈਣਾ। ਹਾਂਜੀ। ਤੇ ਉਹ ਡਰ ਗਏ ਇਸ ਗੱਲ ਤੋਂ। ਸਿਕਿਉਰਿਟੀ ਕੌਂਸਲ 'ਚ ਕੁਝ ਨਹੀਂ ਕਰ ਸਕਦੇ। ਸਿਕਿਉਰਿਟੀ ਕੌਂਸਲ ਚੀਨ ਦੇ ਕੋਲ ਵੋਟ ਹੈ, ਜੇ ਕੋਈ ਰੈਜ਼ੋਲੂਸ਼ਨ ਪਾਸ ਕਰਨਗੇ ਉਹਨਾਂ ਨੇ ਪਾਸ ਨਹੀਂ ਹੋਣ ਦੇਣਾ। ਤਾਂ ਮਿਲਟਰੀ ਤੌਰ ਤੇ ਇਹਨਾਂ ਨੇ ਦਿਖਾ ਹੀ ਦਿੱਤਾ ਵੀ ਕਿਸੇ ਦੇ ਨਾਲ ਨਹੀਂ ਖੜੇ। ਅੱਛਾ, ਉੱਥੇ ਅਖਬਾਰਾਂ ਦੇ ਵਿੱਚ ਫਿਰ ਐਡੀਟੋਰੀਅਲ ਲਿਖਣ ਲੱਗ ਪਿਆ ਵੀ ਸਾਨੂੰ ਵੀ ਤਾਂ ਖਤਰਾ ਆ, ਜੇ ਯੂਕਰੇਨ ਤੇ ਰਸ਼ੀਅਨ ਫੋਰਸਸ ਆ ਸਕਦੀਆਂ, ਚੀਨ ਵਾਲੇ ਜੇ ਤਾਇਵਾਨ 'ਚ ਚਲ ਜਾਣ ਤਾਂ ਇਹਨਾਂ ਨੂੰ ਕੌਣ ਰੋਕਣ ਵਾਲਾ? ਚੀਨ ਤੋਂ ਤਾਂ ਬਹੁਤ ਵੱਡੀ ਤਾਕਤ ਹੈ। ਉਸ ਵੇਲੇ ਜੁਆਇੰਟ ਚੀਫ ਆਫ ਸਟਾਫ ਅਮਰੀਕਾ ਦਾ ਇਹਨਾਂ ਨੇ ਭੇਜਿਆ, ਜੋ ਬਾਈਡਨ ਨੇ, ਪ੍ਰੈਜ਼ੀਡੈਂਟ ਨੇ ਕਿਹਾ ਵੀ ਉਹਨਾਂ ਨੂੰ ਭਰੋਸਾ ਦਵਾ ਕੇ ਆਓ ਵੀ ਅਸੀਂ ਨਾਲ ਖੜੇ ਹਾਂ ਤੁਹਾਡੇ। ਜੁਆਇੰਟ ਚੀਫ ਆਫ ਸਟਾਫ ਹੈ ਜਿਹੜਾ ਮਤਲਬ ਸਾਰੀਆਂ ਫੋਰਸਸ ਦਾ ਹੈੱਡ ਆ, ਜਿਹਦੇ ਅੰਡਰ ਆਰਮੀ, ਏਅਰ ਫੋਰਸ, ਨੇਵੀ, ਮਰੀਨ ਕੋਰ ਸਾਰੀਆਂ ਆਉਂਦੀਆਂ। ਸਭ ਤੋਂ ਵੱਡਾ ਜਰਨੈਲ ਉਹੀ ਆ। ਉਹਦੇ ਨਾਲ ਹੁਣ 10-12 ਬੰਦੇ ਵੀ ਜਾਣੇ ਆ, ਕੋਈ ਬਹੁਤ ਵੱਡਾ ਅਫਸਰ ਹੈ। ਉਹਨਾਂ ਫੋਰਨ ਸਰਵਿਸ ਵਾਲੇ ਜਾਣੇ ਆ, ਪੈਂਟਾਗਨ ਦੇ ਹੋਰ ਅਫੀਸ਼ੀਅਲ ਜਾਣੇ ਆ। ਜਦੋਂ ਉਹ ਤਾਇਵਾਨ 'ਚ ਗਏ, ਹੁਣ ਇਹ ਸੀਰੀਅਸ ਗੱਲ ਹੈ, ਮਤਲਬ ਸੋਚਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਭਰੋਸਾ ਦਿਵਾਉਣਾ ਆ। ਉਹਨਾਂ ਦੀ ਗੱਲਬਾਤ ਕੀਤੀ ਹੈ। ਹੁਣ ਪਹਿਲੇ ਦਿਨ ਦੇ ਵਿੱਚ ਪਹਿਲਾਂ ਉਹਨਾਂ ਨੂੰ ਡਿਨਰ ਕੀਤਾ ਸਟੇਟ ਦਾ। ਇਹ ਵੀ ਪ੍ਰੋਟੋਕਾਲ ਹੁੰਦਾ ਹੈ, ਇਹ ਵੀ ਰੀਤ ਬਣੀ ਆ ਜੀ। ਨਹੀਂ ਤਾਂ ਅਗਲਾ ਬੰਦਾ ਸੋਚਦਾ ਮੈਂ ਪਜਾਮਾ ਪਾਵਾਂ, ਆਰਾਮ ਨਾਲ ਸੌਵਾਂ। ਉਹਨਾਂ ਨੂੰ ਕਹਿੰਦੇ ਨਹਾ ਕੇ ਫਟਾਫਟ ਆਓ ਤੁਸੀਂ ਕੱਪੜੇ ਪਾ ਕੇ, ਤੇ ਡਿਨਰ ਕਰਨਾ। ਸਟੇਟ ਨੇ ਡਿਨਰ ਕਰਨਾ। ਉੱਥੇ ਫੋਰਨ ਮਿਨਿਸਟਰ ਆਇਆ ਹੋਣਾ, ਡਿਫੈਂਸ ਮਿਨਿਸਟਰ ਆਇਆ ਹੋਣਾ। ਅੱਛਾ, ਦੂਸਰੇ ਦਿਨ ਜਿਹੜਾ ਜੁਆਇੰਟ ਚੀਫ ਆਫ ਸਟਾਫ ਹੈ ਉਹ ਕਿਤੇ ਪ੍ਰੈਜ਼ੀਡੈਂਟ ਨੂੰ ਮਿਲਣ ਗਿਆ। ਹੁਣ ਗੱਲਬਾਤ ਤਾਂ ਹੋਣੀ ਚਾਹੀਦੀ ਹੈ ਵੈਸੇ ਮੀਡੀਆ ਦੇ ਵਿੱਚ ਵੀ ਸਾਰੇ ਪਾਸੇ ਕਿ ਇਹ ਪ੍ਰੈਜ਼ੀਡੈਂਟ ਨੂੰ ਮਿਲਣ ਗਿਆ ਤਾਂ ਕੀ ਭਰੋਸਾ ਦਵਾਇਆ। ਪਰ ਉੱਥੇ ਇੱਕ ਫੋਟੋਗ੍ਰਾਫਰ ਮੀਡੀਆ ਦੇ ਵਿੱਚੋਂ ਉਹਨੇ ਇੱਕ ਫੋਟੋ ਖਿੱਚੀ। ਜਦੋਂ ਅਸੀਂ ਬੈਠਦੇ ਹਾਂ, ਹੁਣ ਮੇਰੀਆਂ ਜਰਾਬਾਂ ਦੀਦੀਆਂ ਇੱਦਾਂ ਉਹ ਜਰਾਬਾਂ ਜਿਹੜੀਆਂ ਪਾਈਆਂ ਸੀ ਉਹਨੇ ਜੁਆਇੰਟ ਚੀਫ ਆਫ ਸਟਾਫ ਨੇ, ਉਹ ਫੁੱਲਾਂ ਵਾਲੀਆਂ ਸੀ। ਹੁਣ ਜਿਹੜੀ ਪ੍ਰੋਟੋਕਾਲ ਆ ਸਾਡੇ ਹੈਗਾ ਵੀ ਜਿਹੜੀ ਪੈਂਟ ਜਿੱਦਾਂ ਦੀ ਪਾਈ ਹੈ ਨਾ, ਜੇ ਕਾਲਾ ਸੂਟ ਪਾਇਆ ਤਾਂ ਕਾਲੀ ਜਰਾਬ ਹੋਣੀ ਚਾਹੀਦੀ ਹੈ ਜੀ। ਫੁੱਲਾਂ ਵਾਲੀ ਜਿਹੜੀ ਆ ਪਾਈ ਜਰਾਬ, ਉਹ ਕਹਿੰਦੇ ਇਹ ਤਾਂ ਬੇਇੱਜ਼ਤੀ ਕਰਨ ਵਾਲੀ ਗੱਲ ਹੈ। ਪ੍ਰੈਜ਼ੀਡੈਂਟ ਦੇ ਕੋਲ ਆਇਆ ਬੰਦਾ, ਕਹਿੰਦੇ ਫੁੱਲਾਂ ਵਾਲੀ ਜਰਾਬ ਪਾਈ ਹੈ, ਇਹ ਸਮਝਦਾ ਕੀ ਆਪਣੇ ਆਪ ਨੂੰ? ਅੱਛਾ, ਉਦੋਂ ਹੋਰ ਕੋਈ ਗੱਲ ਨਹੀਂ ਚੱਲੀ ਉਹਨਾਂ ਦੇ ਮੀਡੀਆ 'ਚ, ਇਹ ਗੱਲ ਚੱਲੀ ਵੀ ਫੁੱਲਾਂ ਵਾਲੀ ਜਰਾਬ ਕਿਉਂ ਪਾ ਕੇ ਆਇਆ। ਅੱਛਾ, ਉਹ ਫੁੱਲਾਂ ਵਾਲੀ ਜਰਾਬ ਵਾਲੀ ਗੱਲ ਚੱਲਦੀ ਰਹੀ ਸਾਰਾ ਦਿਨ। ਸ਼ਾਮ ਨੂੰ ਇੱਕ ਰਿਪੋਰਟਰ ਨੇ ਹੋਰ ਕੱਢ ਦਿੱਤੀ, ਉਹਦੇ ਨਾਲ ਕੋਈ ਫੋਟੋਗ੍ਰਾਫਰ ਗਿਆ ਸੀ। ਜਿਸ ਦਿਨ ਇਹਨਾਂ ਦੇ ਸਟੇਟ ਡਿਨਰ ਕੀਤਾ ਨਾ ਤਾਇਵਾਨ ਦੇ ਵਿੱਚ ਜਾਂਦਿਆਂ ਨੇ, ਉਹਨਾਂ ਨੇ ਇਹਨਾਂ ਦੇ ਅਮਰੀਕਨ ਡੈਲੀਗੇਸ਼ਨ ਵੀ ਇੱਕ ਬੰਦਾ ਚੱਪਲਾਂ ਦੂਸਰੀ ਸੈਂਡਲ ਪਾ ਕੇ ਚਲ ਗਿਆ ਸਟੇਟ ਡਿਨਰ ਤੇ। ਉਹਦੀ ਕਿਸੇ ਨੇ ਫੋਟੋ ਖਿੱਚ ਲਈ ਸੈਂਡਲ ਪਾਏ ਦੀ। ਹੁਣ ਜਦੋਂ ਵੀ ਡਿਨਰ ਤੇ ਜਾਂਦੇ ਆ, ਅਫੀਸ਼ੀਅਲ ਡਿਨਰ ਜਿਹੜੇ ਹੁੰਦੇ ਆ, ਉਹਨਾਂ ਤੇ ਹਮੇਸ਼ਾ ਲਿਖਦੇ ਐਟਾਇਰ ਕਿਹੜੀ ਪਾਉਣੀ ਹੈ, ਤੁਸੀਂ ਬਿਜ਼ਨਸ ਸੂਟ ਪਾਉਣਾ ਆ ਜਾਂ ਵੈਸੇ ਤੁਸੀਂ ਬਿਨਾਂ ਟਾਈ ਤੋਂ ਆਉਣਾ ਜਾਂ ਬੋ ਟਾਈ ਪਾ ਕੇ ਜਾਣੀ, ਜੋ ਵੀ ਪਾਉਣਾ ਹੁੰਦਾ। ਡਰੈਸ ਕੋਡ ਪੂਰਾ ਹੁੰਦਾ ਉਹਨਾਂ ਦਾ। ਤੇ ਉਹ ਕਹਿੰਦੇ ਡਰੈਸ ਕੋਡ ਜਿਹੜਾ ਸਟੇਟ ਡਿਨਰ ਦਾ ਹੈ ਬਿਜ਼ਨਸ ਐਟਾਇਰ ਸੀ। ਤਾਂ ਇਹ ਬੰਦਾ ਸੈਂਡਲ ਪਾਈ ਫਿਰਦਾ, ਫਿਰ ਉਹਦੀ ਚੱਲ ਪਈ। ਅੱਛਾ, ਉਹਨਾਂ ਤੇ ਇਹ ਦੋ ਗੱਲਾਂ ਨੇ ਡੋਮੀਨੇਟ ਕਰਕੇ ਰੱਖਤੀ ਡਿਸਕਸ਼ਨ ਜਿਹੜੀ ਹੈਗੀ, ਉਹਦੀ ਇੰਪੋਰਟੈਂਸ ਸਾਰੀ ਖਤਮ ਹੋ ਗਈ। ਉਹਦੀ ਤਾਂ ਗਈ ਨਾ ਖਤਮ, ਉਹਦੀ ਗੱਲ ਹੀ ਨਹੀਂ ਨਾ ਹੋਈ। ਫਿਰ ਗੱਲ ਹੀ ਜਰਾਬਾਂ ਦੀ ਤੇ ਗੱਲ ਤਾਂ ਉਹ ਕਰਨ ਗਿਆ ਆ ਵੀ ਅਸੀਂ ਤੁਹਾਡੇ ਨਾਲ ਖੜੇ ਆ ਜੇ ਚੀਨ ਵਾਲੇ ਅਟੈਕ ਕਰਨਗੇ ਤਾਂ। ਪਰ ਹੁਣ ਗੱਲ ਚੱਲ ਰਹੀ ਹੈ ਜਰਾਬਾਂ ਦੀ ਤਾਂ ਸੈਂਡਲਾਂ ਦੀ। ਇਹ ਵੀ ਇੱਕ ਗੱਲ ਹੈ। ਜਿੱਦਾਂ ਹੁਣ ਸਾਡੇ ਇੱਥੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਣ ਗਏ ਆ ਉੱਥੇ ਨੂੰ ਯੂਰਪ ਨੂੰ ਜੀ। ਇਦੋਂ ਪਹਿਲਾਂ ਕਦੀ ਇੰਡੀਆ ਨੂੰ ਗਏ ਸੀ। ਹਾਂਜੀ, ਤੁਸੀਂ ਦੇਖਣਾ ਜੇ ਪਬਲਿਕ ਰਿਲੇਸ਼ਨ ਦੇ ਵਿੱਚ ਕੋਈ ਸਭ ਤੋਂ ਵੱਡਾ ਡਿਜ਼ਾਸਟਰ ਇੱਕ ਚੈਪਟਰ ਲਿਖਣਾ ਹੋਵੇ ਤਾਂ ਇਹਨਾਂ ਦੀ ਜਿਹੜੀ ਜਸਟਿਨ ਟਰੂਡੋ ਦੀ ਇੰਡੀਆ ਵਿਜ਼ਿਟ ਬਾਰੇ ਲਿਖਿਆ ਜਾ ਸਕਦਾ। ਇਹਨਾਂ ਦੀ ਇੰਨੀ ਬੇਇੱਜ਼ਤੀ ਹੋਈ ਨਾ ਸਾਰੇ ਡੈਲੀਗੇਸ਼ਨ ਦੀ, ਇੰਨੀ ਮਾੜੇ ਫੁੱਫੜ ਦੀ ਨਹੀਂ ਹੁੰਦੀ। ਮੈਂ ਦੇਖਿਆ ਕਈ ਵਾਰੀ ਫੁੱਫੜਾਂ ਦੀ ਹੋ ਜਾਂਦੀ ਬੇਇੱਜ਼ਤੀ ਆਪਣੇ ਵਿਆਹਾਂ ਦੇ ਵਿੱਚ, ਪਰ ਇੰਨੀ ਉਹਨਾਂ ਦੀ ਵੀ ਨਹੀਂ ਹੁੰਦੀ।
ਇਹਦੇ ਵਿੱਚ ਇੱਕ ਵੱਡੀ ਗਲਤੀ, ਬਹੁਤ ਗਲਤੀਆਂ ਤਾਂ ਬਹੁਤ ਕੀਤੀਆਂ। ਇੱਕ ਗਲਤੀ ਇਹ ਕੀਤੀ ਹੈ, ਜੇ ਤੁਸੀਂ ਜਿੱਦਾਂ ਕਿਸੇ ਦੇ ਜਾਣੇ ਆ, ਹੋ ਸਕਦਾ ਉਦਾਂ ਦਾ ਪਹਿਰਾਵਾ ਇੱਕ ਦਿਨ ਪਾ ਲਿਆ। ਹਾਂਜੀ। ਇਹ ਕੀ ਕਰਦੇ ਸੀ ਕਿ ਇਹਨਾਂ ਦੀ ਪਤਨੀ, ਇਹਨਾਂ ਦੇ ਬੱਚੇ, ਇਹ ਨਾਲ ਕੋਈ ਕਿਸੇ ਨੂੰ ਡਿਜ਼ਾਈਨਰ ਬੰਦੇ ਨੂੰ ਲੈ ਗਏ ਆ ਜਿਹੜਾ ਇਹਨਾਂ ਦੇ ਕੁੜਤੇ, ਇਹਨਾਂ ਦੀ ਐਚਕਨ ਸਾਰਾ ਕੁਝ ਸੀਂਦਾ ਸੀ। ਪੁਰਾਣੀਆਂ ਫਿਲਮਾਂ 'ਚ ਹੁੰਦਾ ਸੀ, ਆਪਣੇ ਜਿਹੜੀਆਂ ਪੁਰਾਣੀਆਂ ਹਿੰਦੀ ਦੀਆਂ ਫਿਲਮਾਂ ਸਾਡੇ ਜ਼ਮਾਨੇ ਦੀਆਂ, 3 ਮਿੰਟ ਦਾ ਗਾਣਾ ਹੁੰਦਾ ਸੀ ਤਾਂ ਹੀਰੋਇਨ ਦੇ, ਜਿਹੜੀ ਹੀਰੋਇਨ ਹੁੰਦੀ ਸੀ ਉਹਦੀਆਂ 10 ਸਾੜੀਆਂ ਹੁੰਦੀਆਂ ਸੀ। ਉਹਨੇ ਮਤਲਬ 20 ਸਕਿੰਟਾਂ ਬਾਅਦ ਉਹਦੀ ਸਾੜੀ ਚੇਂਜ ਹੋ ਜਾਂਦੀ ਸੀ। ਫਿਰ ਜਿਹੜੀਆਂ ਔਰਤਾਂ ਜਾਂਦੀਆਂ ਸੀ ਦੁਕਾਨ ਤੇ ਨਾ, ਉਹਨਾਂ ਨੇ ਕਹਿਣਾ ਜਿਹੜੀ ਵਹੀਦਾ ਰਮਾਨ ਨੇ 2 ਰਾਸਤੇ 'ਚ ਪਾਈ ਆ ਉਹ ਦਿਖਾ, ਹੈਨਾ। ਉਹ ਉਹਨਾਂ ਨੂੰ ਸਾੜੀਆਂ ਦਿੰਦੇ ਹੋਣੇ ਆ ਡਿਜ਼ਾਈਨਰ। ਹਾਂਜੀ। ਕਿ ਆਹ ਪਾ ਫਿਲਮ ਦੇ ਵਿੱਚ ਤਾਂ ਜ਼ਿਆਦਾ ਜਚੂਗੀ, ਸਾਡੀਆਂ ਸੇਲ ਹੋਊਗੀ। ਜੀ ਜੀ ਜੀ। ਸੋ ਇਸੇ ਤਰ੍ਹਾਂ ਜਿੱਦਾਂ ਡਿਜ਼ਾਈਨਰ ਬੰਦਾ ਗਿਆ ਆ ਉੱਥੇ, ਉਹ ਕਰਦਾ। ਇਹਨਾਂ ਨੇ ਸ਼ਾਹਰੁਖ ਖਾਨ ਨੂੰ ਮਿਲਣ ਗਿਆ, ਉਹਨੇ 3 ਪੀਸ ਸੂਟ ਪਾਇਆ, ਇਹਨਾਂ ਨੇ ਕੁੜਤਾ ਪਜਾਮਾ ਪਾਇਆ ਮੋਰੇ। ਹਾਂਜੀ। ਤੇ ਉਹ ਸਮਝਦੇ ਫਿਰ ਬੇਇੱਜ਼ਤੀ ਕਰਨ ਵਾਲੀ ਗੱਲ ਹੈ ਇਹ। ਇਹਨਾਂ ਦੀ ਹੋਰ ਕੋਈ ਡਿਸਕਸ਼ਨ ਨਹੀਂ ਹੋਈ। ਪ੍ਰਾਈਮ ਮਿਨਿਸਟਰ ਮੋਦੀ ਦੇ ਨਾਲ ਆਖਰੀ ਦਿਨ ਡਿਸਕਸ਼ਨ ਕੀਤੀ। ਇਹਨਾਂ ਨੇ ਮਿਹਨਤਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ, ਇੱਕ ਦੇਸ਼ ਦਾ ਪ੍ਰਾਈਮ ਮਿਨਿਸਟਰ, ਦੇਖੋ ਇੱਕ ਉੱਥੇ ਇਦਾਂ ਦੇ ਕਈ ਚੀਫ ਮਿਨਿਸਟਰ ਆ, ਕੈਪਟਨ ਅਮਰਿੰਦਰ ਸਿੰਘ ਤੋਂ ਸਮਾਂ ਮੰਗਿਆ ਕਿ ਸਾਨੂੰ ਮੁਲਾਕਾਤ ਕਰੋ। ਤੁਸੀਂ ਦੇਖਿਓ ਉੱਥੇ ਉਹ ਫੋਟੋ ਆ ਅੰਮ੍ਰਿਤਸਰ ਹੋਟਲ ਦੀ, ਜਿੱਥੇ ਕੈਪਟਨ ਅਮਰਿੰਦਰ ਸਿੰਘ ਇਦਾਂ ਬੈਠੇ ਜਿੱਦਾਂ DC ਬੈਠਾ ਹੁੰਦਾ, ਤਾਂ ਮੂਹਰੇ ਜਸਟਿਨ ਟਰੂਡੋ ਜਿੱਦਾਂ ਛੋਟਾ ਪਟਵਾਰੀ ਆਇਆ ਹੁੰਦਾ। ਮਤਲਬ ਇਹ ਮਿਹਨਤਾਂ ਕਰਕੇ ਇਹਨਾਂ ਨੇ ਮੀਟਿੰਗ ਲਈ ਉਹਨਾਂ ਦੇ ਕੋਲੋਂ। ਜੇ ਇੱਕ ਪਬਲਿਕ ਰਿਲੇਸ਼ਨ ਦੇ ਵਿੱਚ, ਇੱਕ ਜਰਨਲਿਜ਼ਮ ਦੇ ਵਿੱਚ NDTV ਦੀ ਰਿਪੋਰਟਰ ਸੀ, ਉਹ ਕਹਿੰਦੀ ਮੈਂ ਇੰਨੀ ਮਾੜੀ PR ਨਹੀਂ ਕਦੇ ਦੇਖੀ ਜਿੰਨੀ ਕੈਨੇਡਾ ਦੇ ਡੈਲੀਗੇਸ਼ਨ ਨੇ ਕਰਾਈ ਹੈ। ਮਤਲਬ ਇਹਨਾਂ ਨੇ ਉਹ ਬੇਇੱਜ਼ਤੀ ਕਰਾਈ ਜਿਹੜੀ ਲੋਕਾਂ ਨੂੰ ਕਦੇ ਇਮੈਜਿਨ ਨਹੀਂ ਸੀ ਹੋ ਸਕਦੀ। ਸੋ ਅੱਜ ਕੱਲ ਅਸੀਂ ਰਸਮਾਂ ਦੀ ਗੱਲ, ਆਹ ਹੀ ਗੱਲ ਸਾਡੇ ਪੋਪ ਤੇ ਆ ਗਈ ਹੈ ਜੀ। ਕੋਈ ਪੁੱਛਣ ਵਾਲਾ ਹੀ ਹੈ ਨਹੀਂਗਾ। ਜੇ ਕੋਈ ਪੁੱਛੂਗਾ ਸਵਾਲ ਤਾਂ ਫਿਰ ਉਹਨੂੰ ਕੱਢ ਦੇਣਗੇ ਉੱਥੋਂ ਜੀ। ਉਹ ਮੈਂ ਹੋਵਾਂ, ਮੈਂ CNN ਨੂੰ ਰਿਪਰੈਜ਼ੈਂਟ ਕਰਾਂ, ਮੈਂ ਪੁੱਛਾਂ ਭਾਈ ਮਿਲਟਰੀ ਆਪਰੇਸ਼ਨ ਤਾਂ ਵਾਰ 'ਚ ਕੀ ਫਰਕ ਹੁੰਦਾ। ਉਹਨਾਂ ਨੇ ਫਿਰ CNN ਨੂੰ ਫੋਨ ਕਰਨਾ, ਤੁਸੀਂ ਕਿੱਦਾਂ ਦਾ ਬੰਦਾ ਬਿਠਾਇਆ ਮੋਰੇ, ਇਹਨੂੰ ਵਾਪਸ ਸੱਦੋ। ਕੋਈ ਇਦਾਂ ਦਾ ਬੰਦਾ ਹੋਵੇ ਜਿਹੜਾ ਜਦੋਂ ਅਸੀਂ ਪੋਪ ਨੇ ਗੱਲ ਕੀਤੀ ਹੈ ਤਾੜੀਆਂ ਮਾਰ ਦੇਵੇ ਬਸ ਅਖੀਰ ਤੇ। ਸੋ ਆਹ ਗੱਲ ਹੋ ਰਹੀ ਹੈ ਜੀ। ਜੇ ਕੋਈ ਜਰਨਲਿਜ਼ਮ ਨੂੰ ਫੋਲੋ ਵੀ ਕਰਦਾ, ਉਹਦੇ ਐਥਿਕਸ ਐਂਡ ਲਾਅ ਦੇ ਹਿਸਾਬ ਨਾਲ ਕਰਨਾ ਚਾਹੁੰਦਾ ਕੰਮ, ਪਰ ਉਹਦੀ ਆਰਗੇਨਾਈਜੇਸ਼ਨ ਨੂੰ ਉਹ ਕੰਮ ਕਰਨ ਨਹੀਂ ਦਿੰਦੀ। ਬਿਲਕੁਲ ਨਹੀਂ। ਤੇ ਉਹਨੇ ਆਪਣੀ ਰੋਜ਼ੀ ਰੋਟੀ ਦੇ ਲਈ ਉਹਨੂੰ ਜੌਬ ਤਾਂ ਚਾਹੀਦੀ ਹੈਗੀ ਆ। ਤੇ ਫਿਰ ਜਿਵੇਂ ਤੁਸੀਂ ਕਿਹਾ ਕਿ ਕ੍ਰੀਡੈਂਸ਼ੀਅਲਸ ਹੋਣਗੇ ਤਾਂ ਹੀ ਫਿਰ ਉਹਨਾਂ ਨੂੰ ਮੌਕਾ ਮਿਲੂਗਾ ਇੰਪੋਰਟੈਂਟ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ, ਇੰਪੋਰਟੈਂਟ ਜਿਹੜੀਆਂ ਸਬਮਿਟਸ ਹੁੰਦੀਆਂ ਨੇ, ਉਹਦਾ ਪਾਰਟ ਬਣਨ ਦਾ। ਮਤਲਬ ਗੱਲ ਇਹ ਹੈਗੀ ਕਿ ਸਕੂਲਾਂ ਕਾਲਜਾਂ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਜੋ ਪੜ੍ਹਾਇਆ ਜਾਂਦਾ ਪਤਾ ਸਭ ਨੂੰ ਹੁੰਦਾ, ਪਰ ਚਾਹੁੰਦੇ ਹੋਏ ਵੀ ਕਈ ਵਾਰੀ ਕਈ ਲੋਕ ਉਹਨਾਂ ਚੀਜ਼ਾਂ ਨੂੰ, ਕਈ ਜਿਹੜੇ ਹੈਗੇ ਆ ਜਰਨਲਿਜ਼ਮ ਦੇ ਕਹਿ ਲਓ ਕਿ ਜਰਨਲਿਸਟ ਆ, ਉਹਨਾਂ ਨੂੰ ਫੋਲੋ ਨਹੀਂ ਕਰ ਸਕਦੇ ਬਿਕਾਜ਼ ਉਹਨਾਂ ਦੇ ਹੱਥ ਹੀ ਬੰਨੇ ਹੋਏ ਉਸ ਜਗ੍ਹਾ ਤੇ। ਤੁਸੀਂ ਦੇਖੋ ਐਸਐਕ ਮੀਡੀਆ ਦੇ ਵਿੱਚ ਪੰਜਾਬੀ ਮੀਡੀਆ ਵੀ ਆਉਂਦਾ ਆ, ਯੂਕਰੇਨੀਅਨ ਮੀਡੀਆ ਵੀ ਆਉਂਦਾ, ਸਾਰਿਆਂ। ਹਾਂਜੀ। ਇਹਨਾਂ ਦੇ ਪਹਿਲੀ ਤਾਂ ਗੱਲ ਕੋਈ ਪ੍ਰਾਈਮ ਮਿਨਿਸਟਰ ਆਉਂਦਾ ਹੀ ਨਹੀਂ ਵੈਸੇ। ਜੇ ਆਊਗਾ ਤਾਂ PMO ਉਸ ਬੰਦੇ ਨੂੰ ਲਿਆਉਣਗੇ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਜਿਹੜਾ ਉਹਨਾਂ ਵੱਲੋਂ ਦਿੱਤੇ ਸਵਾਲ ਪੜ੍ਹ ਕੇ ਉਹਨੂੰ ਪੁੱਛ ਦੇਵੇ, ਉਹੀ ਸਵਾਲ ਪੁੱਛੇ ਜਿਹਦਾ ਉਹ ਜਵਾਬ ਦੇਣਾ ਚਾਹੁੰਦੇ ਆ। ਜੇ ਉਹਨਾਂ ਨੇ ਲਿਖ ਕੇ ਭੇਜਦੇ ਉਹ, ਹਾਂਜੀ, ਤੇ ਉਹ ਫਿਰ ਮੀਡੀਆ ਵਾਲੇ ਬੜੇ ਖੁਸ਼ ਹੁੰਦੇ ਕਿ ਦੇਖੋ ਸਾਡੇ ਬੰਦੇ ਨਾਲ ਇਹਨਾਂ ਨੇ ਪ੍ਰਾਈਮ ਮਿਨਿਸਟਰ ਨੇ ਗੱਲ ਕੀਤੀ ਆ, ਇਹਨਾਂ ਦੇ ਦੂਸਰੇ ਰੇਡੀਓ ਤੇ ਕਿਸੇ ਨੇ ਵੀ ਨਹੀਂ ਗੱਲ ਕੀਤੀ। ਇਹ ਗੱਲ ਤਾਂ ਬਿਲਕੁਲ ਤੁਸੀਂ ਸਹੀ ਕਹੀ ਆ ਕਿ ਫਿਰ ਇਹ ਕੰਪੀਟੀਸ਼ਨ ਹੋ ਜਾਂਦਾ, ਕੰਪੀਟੀਸ਼ਨ ਹੁੰਦਾ ਕਿ ਉਹ ਜਿਹੜੀ ਪਿਕਚਰ ਹੁੰਦੀ ਹੈ ਜਾਂ ਵੀਡੀਓ ਹੁੰਦੀ ਹੈ ਫਿਰ ਉਹ ਕਿੰਨੇ ਦਿਨ ਤੱਕ ਉਹਨੂੰ ਸ਼ੇਅਰ ਕਰਦੇ ਰਹਿੰਦੇ ਨੇ। ਇਹ ਨਹੀਂ ਦੱਸਦੇ ਹੈਗੇ ਵੀ ਜਿਹੜੀ ਗੱਲਬਾਤ ਕੀਤੀ ਹੈਗੀ ਆ, ਵੀ ਗੱਲਬਾਤ ਤੁਸੀਂ ਸਵਾਲ ਕੀ ਪੁੱਛੇ ਆ। ਜਿਵੇਂ ਤੁਸੀਂ ਹਮੇਸ਼ਾ ਹੀ ਇਹ ਕੁਐਸਚਨ ਉਠਾਉਂਦੇ ਹੋ ਕਿ ਕੋਈ ਕਿਉਂ ਨਹੀਂ ਪੁੱਛਦਾ ਕਿ ਸਵਾਲ ਕੀ ਪੁੱਛੇ ਆ। ਇਸ ਚੀਜ਼ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਊਗੀ ਕਿ ਸਾਡੀ ਪ੍ਰਾਈਮ ਮਿਨਿਸਟਰ ਦੇ ਨਾਲ ਗੱਲਬਾਤ ਹੋਈ ਆ, ਬਾਕੀ ਕਿਸੇ ਮੀਡੀਆ ਚੋਂ ਗਏ ਨਹੀਂ, ਉਹਨਾਂ ਨੇ ਸਾਨੂੰ ਹੀ ਚੁਣਿਆ, ਸਾਡੇ ਹੀ ਉਹ ਆਏ ਹੈਗੇ ਆ। ਤੁਹਾਡੇ ਹੀ ਜਾਣਗੇ ਮੁੜ ਕੇ ਉਹਨਾਂ ਨੂੰ ਪਤਾ ਕਿ ਬੰਦਾ ਮੈਨੂੰ ਸਵਾਲ ਹੀ ਨਹੀਂ ਪੁੱਛਦਾ ਜਾਂ ਬੰਦੀ ਕਹਿ ਲੈਂਦੇ ਵੀ ਇਹਨੇ ਉਹੀ ਸਵਾਲ ਪੁੱਛਣੇ ਜਿਹੜੇ ਸਾਡੇ PMO ਵਾਲੇ ਲਿਖ ਕੇ ਭੇਜਦੇ।
ਜੀ ਉੱਥੇ ਕਦੇ ਨਹੀਂ ਜਾਣਗੇ ਜਿੱਥੇ ਡਰ ਹੋਊਗਾ ਵੀ ਕੋਈ ਤਿੱਖੇ ਸਵਾਲ ਵੀ ਪੁੱਛੇ ਜਾ ਸਕਦੇ ਆ। ਜਿੱਥੇ ਕੋਈ ਸਾਡੇ ਵਰਗਾ ਬੈਠਾ ਜਿਹਦਾ ਪਤਾ ਨਹੀਂ ਵੀ ਇਹਨੇ ਸਵਾਲ ਕੀ ਪੁੱਛ ਲੈਣਾ, ਕਹਿਣਾ ਉਹਨਾਂ ਤੋਂ ਬਚੋ ਭਰਾਵਾ, ਉੱਥੇ ਨਾ ਜਾਓ। ਪਰ ਕਈ ਵਾਰੀ ਐਂ ਵੀ ਹੁੰਦਾ ਨਾ, ਕੋਈ ਬਾਈ ਚਾਂਸ ਆ ਜਾਵੇ ਤੇ ਅੱਗੇ ਤੋਂ ਬੰਦਾ ਤਿੱਖੇ ਸਵਾਲ ਪੁੱਛ ਲੇ, ਉਸ ਤੋਂ ਬਾਅਦ ਉਹ ਜਿੰਨੀ ਲੜਾਈ ਝਗੜਾ ਮੈਨੇਜਮੈਂਟ ਕੁਝ ਕਹਿਤਾ ਕਰਕੇ ਜਾਂਦੇ ਕਿ ਵਾਪਸ ਤੁਹਾਡੇ ਇਸ ਮੀਡੀਆ ਆਊਟਲੈਟ ਤੇ ਅਸੀਂ ਨਹੀਂ ਆਉਣਾ, ਕਿਉਂਕਿ ਤੁਹਾਡੇ ਜਿਹੜਾ ਜਰਨਲਿਸਟ ਆ ਨਾ ਇਹਨੇ ਸਾਨੂੰ ਆ ਸਵਾਲ ਪੁੱਛਿਆਗਾ। ਤੇ ਜੀ ਕਹਿੰਦੇ ਹੁੰਦੇ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਨਾ, ਹੀ ਹੂ ਪੇਜ਼ ਦੀ ਪਾਈਪਰ ਕਾਲਸ ਦੀ ਟੂਨ। ਯੈਸ ਐਬਸੋਲੂਟਲੀ। ਜਿਹੜਾ ਗਾਉਣ ਵਾਲੇ ਨੂੰ ਰੁਪਈਆ ਦਊਗਾ ਉਹੀ ਕਹੂਗਾ ਵੀ ਫਲਾਨਾ ਗਾਣਾ ਗਾ ਜੀ, ਉਹੀ ਸੁਣਾਉਂਦਾ ਮੁੜ ਕੇ। ਜੀ ਚਲੋ ਰੁੱਖ ਕਰਦੇ ਹਾਂ ਅਗਲੀ ਖਬਰ ਵੱਲ। ਜੀ ਐਕਚੁਅਲੀ ਇਹ ਖਬਰ ਹੈਗੀ ਹੈ ਇੰਡੀਆ ਦੇ ਨਾਲ ਸੰਬੰਧਿਤ ਆ। ਬੈਂਕ ਆਫ ਬਰੋਡਾ ਨੇ ਨਾ ਬਾਏ ਮਿਸਟੇਕ 15 ਲੱਖ ਰੁਪਏ ਕਿਸੇ ਦੇ ਖਾਤੇ 'ਚ ਜਮ੍ਹਾਂ ਕਰਤੇ। ਜਿਵੇਂ ਉਹ ਬੰਦੇ ਨੇ ਸੋਚਿਆ ਵੀ ਜਦੋਂ ਰੱਬ ਦਿੰਦਾ ਤਾਂ ਚੱਪੜ ਪਾੜ ਕੇ ਹੀ ਦਿੰਦਾ। ਉਹ ਕਹਿੰਦਾ ਕਿ ਮੋਦੀ ਸਰਕਾਰ ਨੇ ਕਿੰਨੇ ਪ੍ਰੋਮਿਸ ਕੀਤੇ ਸੀਗੇ, ਉਹਨਾਂ ਨੇ ਕਿਹਾ ਸੀ ਵੀ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਚਲੇ ਜਾਣੇ ਆ, ਤਾਂ ਉਹਨੇ ਫਿਰ ਕਿਸੇ ਨੂੰ ਕੋਈ ਪੁੱਛਿਆ ਦੱਸਿਆ ਹੈ ਨਹੀਂ, ਉਹਨੇ ਵਿਚਾਰੇ ਨੇ ਉਹ ਜਿਹੜੇ ਪੈਸੇ ਸੀ ਖਰਚਣੇ ਸ਼ੁਰੂ ਕਰ ਦਿੱਤੇ। ਇਹ ਜਿਹੜੀ ਪੂਰੀ ਖਬਰ ਹੈ, ਪੂਰਾ ਵਾਕਿਆ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰੋ। ਇਹ ਮਹਾਰਾਸ਼ਟਰ ਦੀ ਖਬਰ ਹੈ। ਵੈਸੇ ਕਿਸੇ ਦੇ ਕਦੇ ਕਦੇ ਹੁੰਦੀ, ਮੇਰੇ ਤਾਂ ਕਦੇ ਹੋਈ ਨਹੀਂ। ਵੈਸੇ ਕਈ ਬੰਦੇ ਦੱਸਦੇ ਆ, ਕਦੇ ਖਬਰਾਂ 'ਚ ਆਉਂਦਾ। ਤੁਹਾਡੀ ਕਈ ਵਾਰੀ ਪੈਸੇ ਘਟ ਜਾਂਦੇ ਆ, ਕਈ ਘਟਦੇ ਤਾਂ ਮੈਂ ਦੇਖੇ ਆ, ਪਰ ਵੱਧਦੇ ਨਹੀਂ ਦੇਖੇ ਕਦੇ। ਕਈ ਵਾਰੀ ਬੈਂਕ ਵਾਲੇ ਮਿਸਟੇਕ ਕਰ ਲੈਂਦੇ ਆ ਕਿ ਕਿਸੇ ਦੇ ਪੈਸੇ ਕਿਸੇ ਦੇ ਅਕਾਊਂਟ ਦੇ ਵਿੱਚ ਪਾ ਦੇਣੇ। ਤੁਸੀਂ ਹੁਣ ਇੱਕ ਲਿਖਦੇ ਆ, ਉਦਾਂ ਹੀ ਸੱਤਾ ਲਿਖਦੇ ਆ, ਉਹ ਹੋ ਸਕਦਾ ਹੋਰ ਅਕਾਊਂਟ ਚਲ ਜਾਣ। 15 ਲੱਖ ਰੁਪਈਆ ਉਹਨਾਂ ਨੇ ਬੈਂਕ ਨੇ ਬਾਈ ਮਿਸਟੇਕ ਉਹਦੇ ਅਕਾਊਂਟ ਦੇ ਵਿੱਚ, 15 ਲੱਖ ਤੋਂ ਥੋੜਾ ਜਿਹਾ ਜ਼ਿਆਦਾ ਸੀ। ਉਸ ਬੰਦੇ ਨੇ ਸੋਚਿਆ 2014 ਦੇ ਵਿੱਚ ਬੀਜੇਪੀ ਨੇ ਇਹ ਵਾਅਦਾ ਕੀਤਾ ਸੀ ਕਿ ਇੱਥੇ ਦੇਸ਼ ਨੂੰ ਲੁੱਟ ਕੇ ਲੋਕੀ ਇੰਨਾ ਪੈਸਾ ਬਾਹਰ ਲੈ ਗਏ ਨੇ ਤੇ ਕਾਂਗਰਸ ਦੇ ਯਾਰ ਆ ਉਹ, ਜੇ ਉਹਨਾਂ ਦਾ ਪੈਸਾ ਅਸੀਂ ਵਾਪਸ ਲੈ ਕੇ ਆਈਏ ਤਾਂ ਹਰੇਕ ਇੰਡੀਅਨ ਦੇ ਅਕਾਊਂਟ ਦੇ ਵਿੱਚ 15-15 ਲੱਖ ਰੁਪਈਆ ਜਮ੍ਹਾਂ ਕਰਾ ਦੇਵਾਂਗੇ। ਜੀ ਹੁਣ ਸੀਗੀ ਤਾਂ ਇਹ ਵੈਸੇ ਹੀ ਗੱਲ ਉਹੀ ਜਿਵੇਂ ਆਪਾਂ ਮੀਡੀਆ ਦੀ ਗੱਲ ਕੀਤੀ ਆ, ਹਰ ਜਗ੍ਹਾ ਤੇ ਹੈਡਲਾਈਨ ਸੀ, ਲੋਕਾਂ ਨੂੰ ਪਤਾ ਸੀ ਵੀ ਇਸ ਚੀਜ਼ ਦੀ ਇਹ ਖਬਰ ਆਈ ਹੋਈ ਆ। ਹੁਣ ਇਸ ਬੰਦੇ ਨੇ ਪਿਛਲੇ ਸਾਲ ਦੀ ਗੱਲ ਹੈ, ਉਹਨੂੰ ਸੋਚਿਆ ਵੀ ਦੇਰ ਆਏ ਦਰੁਸਤ ਆਏ, ਕੋਈ ਗੱਲ ਨਹੀਂ, ਵਾਅਦਾ ਤਾਂ ਸਰਕਾਰ ਨੇ ਕੀਤਾ ਸੀ, ਉਹ ਵਾਅਦਾ ਪੂਰਾ ਕਰਤਾ, 15 ਲੱਖ ਮੇਰੇ ਅਕਾਊਂਟ 'ਚ ਆ ਗਿਆ। ਬੜਾ ਖੁਸ਼ ਹੋਇਆ ਉਹ ਖੁਸ਼ ਹੋਇਆ। ਉਹ ਬੈਂਕ ਵਾਲੇ ਫਿਰ ਪੁੱਛਦੇ, ਭਾਈ ਤੂੰ ਦੱਸਿਆ ਨਹੀਂ? ਕਹਿੰਦਾ ਮੈਂ ਦੱਸਣਾ ਕਿਉਂ ਆ, ਮੈਨੂੰ ਤਾਂ ਪ੍ਰਾਈਮ ਮਿਨਿਸਟਰ ਨੇ ਵਾਅਦਾ ਕੀਤਾ ਹੈ ਵੀ ਤੇਰੇ ਸਾਰਿਆਂ ਨੇ ਵਾਅਦਾ ਕੀਤਾ। ਉਹਨੇ ਕਿਹਾ ਵੀ ਸਾਰਿਆਂ ਦੇ ਆ ਗਏ ਹੁਣ ਅਕਾਊਂਟ ਦੇ ਵਿੱਚ 15-15 ਲੱਖ। ਹੁਣ ਇਹ ਵਾਅਦਿਆਂ ਵਾਲੀ ਗੱਲ ਆਉਂਦੀ ਹੈ। ਵਾਅਦੇ ਤਾਂ ਕਰ ਦਿੰਦੇ ਨੇ, ਜਿੱਦਾਂ ਕਹਿੰਦੇ ਹੁੰਦੇ ਕੱਚਾ ਮਹਿਬੂਬ ਆਪਣੀ ਮਸ਼ੂਕਾ ਦੇ ਨਾਲ ਵਾਅਦਾ ਕਰਦਾ ਸੀ, ਕਹਿੰਦਾ ਤੈਨੂੰ ਮੈਂ ਤਾਰੇ ਤੋੜ ਕੇ ਲਿਆਉਂਗਾ, ਤੇਰੇ ਲਈ ਚੰਦ ਤੋੜ ਕੇ ਲਿਆਉਂਗਾ, ਤੇਰੇ ਵਾਲਾਂ ਦੇ ਵਿੱਚ ਉਹ ਚੰਦ ਫਸਾ ਦਊਂਗਾ। ਉਹ ਕਹਿੰਦੀ ਫਿਰ ਏਦਾਂ ਕਰ, ਮੈਂ ਜਾਣਾ ਹੈ ਕਿਤੇ, ਮੈਨੂੰ ਇੱਥੋਂ ਛੱਡੇ ਹੀ ਆ। ਉਹ ਕਹਿੰਦਾ ਨਹੀਂ, ਮੀਂਹ ਪੈਂਦਾ, ਕਿੱਥੇ ਮੈਂ ਤੁਰਿਆ ਫਿਰੂੰਗਾ ਹੁਣ। ਆਕਾਸ਼ ਜਾਣ ਨੂੰ ਤਿਆਰ ਆ, ਆਕਾਸ਼ 'ਚ ਏਦਾਂ ਹੀ ਤੁਰਦੇ ਆ। ਹੁਣੇ ਪੰਜਾਬ ਦੀ ਕੱਲ ਦੀ ਖਬਰ ਹੈ, ਜਿੰਨੇ ਚਰਨਜੀਤ ਸਿੰਘ ਚੰਨੀ ਕੋਈ 110 ਦਿਨ ਮੇਰਾ ਖਿਆਲ ਰਹੇ ਚੀਫ ਮਿਨਿਸਟਰ ਉੱਥੇ। ਹਾਂਜੀ। ਤੇ ਉਹ ਕਹਿੰਦੇ ਉਹਨਾਂ ਨੇ ਇੰਨਾ ਖਜ਼ਾਨਾ ਖਾਲੀ ਕੀਤਾ, ਹਰ ਰੋਜ਼, ਮੈਂ ਵੀ ਉੱਥੇ ਹੀ ਸੀ, ਹਰ ਰੋਜ਼ ਕਿਤੇ ਉੱਠ ਕੇ ਵਾਸੀ ਮਾਰਦੇ ਉਹ ਇੱਕ ਗੱਲ ਕਹਿੰਦੇ ਸੀ। ਔਰ ਉਹ ਇਕੱਲੇ ਵਾਅਦੇ ਨਹੀਂ ਸੀ, ਇਹ ਤਾਂ ਸੀਗੇ ਵੀ ਬਿੱਲ ਮਾਫ ਕਰ ਦਿਓ ਜੀ, ਆਹ ਕਰ ਦਿਓ ਜੀ, ਉਹ ਕਰ ਦਿਓ। ਹਰ ਰੋਜ਼ ਪੈਸੇ ਵੰਡਦੇ ਸੀ ਉਹ, ਔਰ ਖੁੱਲ੍ਹੇਆਮ ਕੀਤੇ, ਸ਼ਰੇਆਮ ਉਹਨਾਂ ਨੇ ਪੈਸੇ ਵਰਤਾਏ। ਹੁਣ ਉਹਨਾਂ ਨੇ ਕੈਲਕੂਲੇਟ ਕੀਤਾ, ਉਹ ਕਹਿੰਦੇ ਕਿ ਅਗਲੇ ਸਾਲ ਪੰਜਾਬ ਦੇ ਬਜਟ ਦੇ ਵਿੱਚ ਜਿੰਨੇ ਪੈਸੇ ਆਉਣੇ ਆ, 60% ਪੈਸੇ ਤਾਂ ਇਹਨਾਂ ਨੇ ਉਹ 100 ਦਿਨਾਂ 'ਚ ਖਰਚ ਦਿੱਤੇ। ਤੇ ਜਿਹੜੇ ਹੁਣ ਵਾਅਦੇ ਕਰਦੇ ਆ 60% ਜੇ ਸਾਰਾ ਬਜਟ ਆਉਂਦਾ ਜਿੰਨਾ ਪੰਜਾਬ 80% ਤੋਂ ਵੱਧ ਜ਼ਿਆਦਾ ਆ, 80% ਤੋਂ ਜ਼ਿਆਦਾ ਸਿਰਫ ਤੇ ਸਿਰਫ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਉਹਨਾਂ ਦੀਆਂ ਪੈਨਸ਼ਨਾਂ ਤੇ ਹੋਰ ਵਰਗ ਦੀਆਂ ਪੈਨਸ਼ਨਾਂ, ਕਈ ਬਜ਼ੁਰਗਾਂ ਨੂੰ ਪੈਨਸ਼ਨ ਦਿੰਦੇ ਆ,
ਉਹ ਤੇ ਲੱਗ ਜਾਂਦਾ ਤੇ ਬਿਲਕੁਲ 16-17% ਇਹਨਾਂ ਤੋਂ ਰਹਿ ਜਾਂਦਾ। ਜੇ 60% ਉਹਨਾਂ ਨੇ ਵਰਤਾਤਾ ਤੇ ਅਗਲੇ ਸਾਲ ਹੋ ਸਕਦਾ ਇਹਨਾਂ ਨੂੰ ਇਹ ਕਹਿਣਗੇ ਵੀ ਹੋਰ ਕਰਜ਼ਾ ਲਓ, ਮੁਲਾਜ਼ਮਾਂ ਦੀਆਂ ਤਨਖਾਹਾਂ ਤਾਂ ਦਈਏ। ਜੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਕਰਜ਼ਾ ਲੈ ਰਹੇ ਆ ਤੇ ਕਿੰਨੇ ਕੁ ਵਾਅਦੇ ਪੂਰੇ ਕਰ ਸਕਦੇ ਆ? ਹੁਣ ਜੇ ਹਰ ਰੋਜ਼ ਕੋਈ ਨਾ ਕੋਈ ਜਾ ਕੇ ਕਿਤੇ ਨਾ ਕਿਤੇ ਅਨਾਉਂਸਮੈਂਟ ਤਾਂ ਕਰਦੇ ਸੀ ਨਾ। ਜੀ ਐਵਰੀਡੇ। ਜੇ ਆਮ ਆਦਮੀ ਪਾਰਟੀ ਨੇ ਕਹਿਤਾ ਅਸੀਂ 1000 ਰੁਪਇਆ ਦੇਵਾਂਗੇ ਔਰਤਾਂ ਨੂੰ, ਤਾਂ ਸਿੱਧੂ ਨੇ ਕਿਹਾ ਨਹੀਂ 2000 ਦੇਵਾਂਗੇ ਔਰ 7 ਸਿਲੰਡਰ ਵੀ ਮੁਫਤ ਦੇਵਾਂਗੇ। ਇੱਕ ਤੋਂ ਚੜ ਕੇ ਦੂਸਰਾ ਤੋਂ ਚੜ ਕੇ ਤੀਸਰਾ। ਉਹ ਕਹਿੰਦੇ ਕਿ ਆਈਲੈਟ ਮੁਫਤ ਦਵਾਵਾਂਗੇ ਤੁਹਾਨੂੰ ਅਸੀਂ, ਵੀ ਤੁਸੀਂ ਜਾਓ ਸਹੀ ਇੱਥੋਂ। ਨਹੀਂ, ਉਹ ਸੁਖਬੀਰ ਬਾਦਲ ਕਹਿੰਦੇ ਨਹੀਂ ਆਈਲੈਟ ਤਾਂ ਮੁਫਤ ਹੋਣੇ ਹੀ ਹੋਣੇ ਆ, ਨਾਲ ਤੁਹਾਨੂੰ 10 ਲੱਖ ਦਾ ਲੋਨ ਵੀ ਦੇਵਾਂਗੇ ਵੀ ਤੁਸੀਂ ਜਾ ਕੇ ਸੈਟਲ ਹੋਵੋ ਬਾਹਰ, ਆਪਣਾ ਕੰਟਰੀ ਛੱਡ ਕੇ ਬਾਹਰ ਜਾਓ। ਇਹ ਪਹਿਲੀ ਮਤਲਬ ਸਟੇਟ ਹੈ ਜਿੱਥੇ ਇਹ ਮਿਹਨਤਾਂ ਕਰਦੇ ਆ ਲੋਕਾਂ ਦੀਆਂ ਵੀ ਦੇਖੋ ਸਾਡੇ ਬੱਚਿਆਂ ਤੋਂ ਬਿਨਾ ਇੱਥੇ ਕਿਸੇ ਦਾ ਭਵਿੱਖ ਨਹੀਂ, ਤੁਹਾਡੇ ਬੱਚਿਆਂ ਨੂੰ ਅਸੀਂ ਕੁਝ ਨਹੀਂ ਦੇ ਸਕਦੇ, ਇੰਨੀ ਮਦਦ ਜ਼ਰੂਰ ਕਰ ਸਕਦੇ ਹਾਂ ਕਿ ਤੁਸੀਂ ਇਹਨਾਂ ਨੂੰ ਬਾਹਰ ਭੇਜੋ ਤਾਂ ਅਸੀਂ ਪੈਸੇ ਦੇ ਦਿੰਦੇ ਹਾਂ। ਇਹ ਸਾਡੇ ਵਾਅਦੇ ਆ ਉੱਥੇ। ਤੇ ਜੇ ਕਿਸੇ ਦੇ ਵਿਚਾਰੇ ਦੇ ਉਦਾਂ ਹੀ ਆ ਗਏ ਪੈਸੇ, ਜਿੱਦਾਂ ਮਹਾਰਾਸ਼ਟਰ 'ਚ ਹੋਏ ਆ, ਤਾਂ ਉਹ ਤੋਂ ਬੈਂਕ ਨੇ ਮੁੜ ਕੇ ਮੰਗ ਲਏ ਜੀ। ਬਾਅਦ ਦੇ ਵਿੱਚ ਉਹਦੇ ਪਿੱਛੇ ਪੈ ਕੇ ਜਦੋਂ ਕਹਿਣ ਕਿ ਪੈਸੇ ਵਾਪਸ ਕਰਨੇ ਪੈਣੇ, ਉਹ ਵਿਚਾਰਾ ਖਰਚ ਕਰੀ ਬੈਠਾ ਸੀ। ਉਹ ਕਹੇ ਮੇਰਾ ਕਸੂਰ ਦੱਸੋ, ਮੇਰਾ ਕਸੂਰ ਕੀ ਆ? ਕਿਉਂਕਿ ਮੋਦੀ ਸਰਕਾਰ ਨੇ ਕਿਹਾ ਸੀ ਵੀ ਉਹ ਵਾਅਦਾ ਕਰਦੇ ਕਿ ਹਰ ਇੱਕ ਦੇ ਅਕਾਊਂਟ ਦੇ ਵਿੱਚ 15-15 ਲੱਖ ਜਾਣਗੇ। ਉਹ ਵੀ ਆਪਣੀ ਜਗ੍ਹਾ ਤੇ ਵੈਸੇ ਰਾਈਟ ਸੀ, ਕਿਉਂਕਿ ਉਹਨੂੰ ਸੀ ਕਿ ਪ੍ਰੋਮਿਸ ਕੀਤਾ। ਪਰ ਤੁਹਾਨੂੰ ਪਤਾ ਹੀ ਆ ਕਿ ਮੋਸਟਲੀ ਪੋਲੀਟੀਸ਼ੀਅਨਸ ਦੇ ਵੱਲੋਂ ਵਾਅਦੇ ਤਾਂ ਬਹੁਤ ਕੀਤੇ ਜਾਂਦੇ ਆ, ਵਾਅਦਾ ਤਾਂ ਹਰ ਗੱਲ ਦੇ ਨਾਲ ਹੀ ਕਰ ਦਿੰਦੇ ਆ, ਪਰ ਪੂਰੇ ਕਿੰਨੇ ਕੀਤੇ ਜਾਂਦੇ ਆ ਸਭ ਨੂੰ ਪਤਾ ਹੀ ਆ। ਹੁਣ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਬਣੂਗੀ 10 ਤਰੀਕ ਤੋਂ ਬਾਅਦ, ਸਭ ਤੋਂ ਪਹਿਲਾਂ ਤਾਂ ਆਹ ਰਿਪੋਰਟ ਦੇਣਗੇ ਕਿ 60% ਤਾਂ ਬਜਟ ਦਾ ਇਹ ਚਰਨਜੀਤ ਸਿੰਘ ਚੰਨੀ ਨੇ ਪਹਿਲਾਂ ਹੀ ਖਰਚ ਦਿੱਤਾ। ਹਾਂਜੀ, ਅਜੇ ਤਾਂ ਸਾਲ ਸ਼ੁਰੂ ਹੀ ਨਹੀਂ ਹੋਇਆ ਸੀ ਜੀ, ਤੇ ਹੁਣ ਸਾਡੇ ਤੋਂ ਪੈਸੇ ਹੀ ਹੈ ਨਹੀਂ, ਖਜ਼ਾਨਾ ਖਾਲੀ ਹੈ। ਖਜ਼ਾਨਾ ਖਾਲੀ। ਅਸੀਂ ਤਨਖਾਹਾਂ ਜਿਹੜੀਆਂ ਮੁਲਾਜ਼ਮਾਂ ਨੂੰ ਦਿੰਨੇ ਆ ਉਹ, ਅੱਛਾ ਸਟੇਟ ਬੈਂਕ ਸਿਰਫ ਜਿਹੜੀ ਸਟੇਟ ਦੀ ਸਰਕਾਰ ਆ ਉਹ ਸਿਰਫ ਉੱਥੋਂ ਇੰਡੀਆ ਤੋਂ ਗਵਰਨਮੈਂਟ ਤੋਂ ਹੀ ਕਰਜ਼ਾ ਲੈ ਸਕਦੀ ਹੈ, ਰਿਜ਼ਰਵ ਬੈਂਕ ਤੋਂ ਅਪਰੂਵ ਕਰ ਦਿੰਦੇ ਆ, ਕਿਤੇ ਪ੍ਰਾਈਵੇਟ ਸੋਰਸਸ ਤੋਂ ਨਹੀਂ ਲੈ ਸਕਦੇ। ਮੇਰਾ ਖਦਸ਼ਾ ਇਹ ਆ ਕਿ ਜੇ ਪ੍ਰਾਈਵੇਟ ਸੋਰਸਸ ਤੋਂ ਇਹ ਲੈ ਸਕਦੇ ਹੁੰਦੇ ਤਾਂ ਇਹਨਾਂ ਨੇ ਪੰਜਾਬ ਨੂੰ ਹੁਣ ਨੂੰ ਵੇਚਿਆ ਹੋਣਾ ਸੀ। ਜੀ ਬਿਲਕੁਲ ਤੁਸੀਂ ਸਹੀ ਕਿਹਾ ਜੀ। ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ KRPA 1110 AM, ਤੁਹਾਡਾ ਆਪਣਾ ਰੇਡੀਓ ਸਟੇਸ਼ਨ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ 1110 AM ਤੇ। ਦੁਨੀਆ ਭਰ 'ਚ ਪ੍ਰੋਗਰਾਮ ਸੁਣਨ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ radioindia.ca। ਸਟੂਡੀਓ ਦਾ ਨੰਬਰ ਹੈ 6045929191 6045929191। ਡਾਕਟਰ ਸਾਹਿਬ ਹੁਣ ਰੁਕ ਕਰਦੇ ਹਾਂ ਅਗਲੀ ਖਬਰ ਵੱਲ। ਕੈਨੇਡਾ ਦੇ ਕਈ ਸ਼ਹਿਰਾਂ ਦੇ ਵਿੱਚ ਰਸ਼ੀਅਨ ਲੋਕਾਂ ਤੇ ਹਮਲੇ ਹੋਣ ਦੀ ਖਬਰ ਮਿਲੀ ਆ ਜੀ, ਤੇ ਲੋਕਾਂ ਦੇ ਮਨ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਹੈਗਾ। ਇਹ ਦੇਖੋ ਇੱਕ ਕੁਦਰਤੀ ਗੱਲ ਹੈ ਕਿ ਜਿੱਦਾਂ ਪਿਊਟਨ ਨੇ ਹਮਲਾ ਕੀਤਾ ਉਹਦੇ ਖਿਲਾਫ ਲੋਕਾਂ ਦੀ ਆਵਾਜ਼ ਉੱਠੀ ਹੈ, ਪਰ ਜਿਸ ਤਰੀਕੇ ਨਾਲ ਮੀਡੀਆ ਰਸ਼ੀਅਨ ਲੋਕਾਂ ਨੂੰ ਪੋਰਟਰੇ ਕਰ ਰਿਹਾ ਨਾ, ਉਹਨਾਂ ਨੂੰ ਦੱਸ ਰਿਹਾ ਲੋਕਾਂ ਨੂੰ, ਉਹ ਉਹਨਾਂ ਲੋਕਾਂ ਦੇ ਖਿਲਾਫ ਨਫ਼ਰਤ ਹੋ ਰਹੀ। ਹੁਣ ਇਹਨਾਂ ਲੋਕਾਂ ਦਾ, ਇਹ ਤਾਂ ਕੈਨੇਡੀਅਨ ਬੈਠੇ ਇੱਥੇ, ਇਹ ਤਾਂ ਪਿਊਟਨ ਦੇ ਐਡਵਾਈਜ਼ਰ ਹੈ ਨਹੀਂ, ਇਹਨਾਂ ਨੇ ਤਾਂ ਉਹਨੂੰ ਕਿਹਾ ਨਹੀਂ ਵੀ ਤੂੰ ਹਮਲਾ ਕਰ, ਪਰ ਇਹਨਾਂ ਨੇ ਇਹਨਾਂ ਲੋਕਾਂ ਤੇ ਹਮਲਾ ਕਰਨਾ, ਇਹ ਸਾਡੇ ਲੋਕਾਂ ਨੂੰ ਵੀ ਚਿੰਤਤ ਹੋਣ ਦੀ ਗੱਲ ਹੈ ਕਿ ਇੱਕ ਘੱਟ ਗਿਣਤੀ ਤੇ ਹਮਲੇ ਕਰਨੇ ਪਤਾ ਨਹੀਂ ਕੌਣ ਕਰਾ ਰਿਹਾ, ਯੂਕਰੇਨੀਅਨ ਕਰ ਰਹੇ ਆ ਜਾਂ ਹੋਰ ਨਸਲਵਾਦੀ ਲੋਕ ਕਰ ਰਹੇ ਆ, ਪਰ ਸਰਕਾਰ ਚੁੱਪ ਕਰਕੇ ਬੈਠੀ ਹੋਵੇ ਤੇ ਇਹ ਜ਼ਿਆਦਾ ਖਤਰੇ ਵਾਲੀ ਗੱਲ ਹੈ ਕਿ ਮੀਡੀਆ ਨੇ ਤਾਂ ਧੂਆਂਧਾਰ ਪ੍ਰਚਾਰ ਕਰਤਾ ਉਹਨਾਂ ਦੇ ਖਿਲਾਫ। ਜੋ ਕੁਝ ਰਸ਼ੀਆ ਦੇ ਪਿਊਟਨ ਦੇ ਖਿਲਾਫ ਹੋਣਾ ਚਾਹੀਦਾ ਸੀ, ਉਹਨੂੰ ਹੁਣ ਹਰ ਇੱਕ ਰਸ਼ੀਅਨ ਨੂੰ ਦੇਖਣਾ ਕਿ ਇਹ ਵੀ ਪਿਊਟਨ ਹੀ ਆ। ਤੋ ਇੱਕ ਜਰਮਨੀ ਦੇ ਸਰਵਾਈਵਰ ਨੇ, ਹਿਟਲਰ ਦੇ ਨੇ ਕਿਤਾਬ ਲਿਖੀ ਸੀ, ਉਹਦੀ ਫੇਮਸ ਕੋਟ ਹੈ, ਉਹ ਕਹਿੰਦਾ ਕਿ ਮੈਂ ਪਹਿਲਾਂ
ਜਦੋਂ ਹਿਟਲਰ ਹੁਣੀ ਪਾਵਰ ਦੇ ਵਿੱਚ ਆਏ ਆ, ਨਾਜ਼ੀ ਪਾਵਰ ਦੇ ਵਿੱਚ ਆਏ ਆ, ਇਹ ਪਹਿਲਾਂ ਕਮਿਊਨਿਸਟਾਂ ਨੂੰ ਮਾਰਨ ਲਈ ਆਏ। ਕਹਿੰਦਾ ਮੈਂ ਕੋਈ ਇਤਰਾਜ਼ ਨਹੀਂ ਕੀਤਾ, ਮੈਂ ਕਮਿਊਨਿਸਟ ਨਹੀਂ ਸੀ। ਕਹਿੰਦਾ ਫਿਰ ਇਹ ਟ੍ਰੇਡ ਯੂਨੀਅਨਿਸਟ ਬੰਦਿਆਂ ਨੂੰ ਮਾਰਨ ਆਏ। ਕਹਿੰਦਾ ਮੈਂ ਯੂਨੀਅਨ ਦਾ ਬੰਦਾ ਨਹੀਂ ਸੀ, ਮੈਂ ਕੋਈ ਇਤਰਾਜ਼ ਨਹੀਂ ਕੀਤਾ। ਕਹਿੰਦਾ ਫਿਰ ਯਹੂਦੀਆਂ ਨੂੰ ਮਾਰਨ ਆ ਗਏ। ਕਹਿੰਦਾ ਮੈਂ ਯਹੂਦੀ ਨਹੀਂ ਸੀ, ਮੈਂ ਕੋਈ ਇਤਰਾਜ਼ ਨਹੀਂ ਕੀਤਾ। ਫਿਰ ਕਹਿੰਦਾ ਇੱਕ ਦਿਨ ਨਾਜ਼ੀ ਮੇਰੇ ਘਰ ਦੇ ਅੱਗੇ ਖੜੇ ਸੀ, ਹੁਣ ਕੋਈ ਇਤਰਾਜ਼ ਕਰਨ, ਹੁਣ ਕਿਤੇ ਕਰੇ, ਇਤਰਾਜ਼ ਤਾਂ ਕਰਨਾ। ਇਹ ਅੱਜ ਜੇ ਸੈਕੰਡ ਵਰਲਡ ਵਾਰ ਵਿੱਚ ਇੱਥੇ ਜੈਪਨੀਜ਼ ਕੈਨੇਡੀਅਨਸ ਨੂੰ ਇਹਨਾਂ ਨੇ ਸਭ ਤੋਂ ਪਹਿਲੀ ਮਾਫੀ 1988 ਚ ਬ੍ਰਾਇਨ ਮਰੂਨੀ ਹੋਣਾ ਪ੍ਰਾਈਮ ਮਿਨਿਸਟਰ ਨੇ ਜੈਪਨੀਜ਼ ਕੈਨੇਡੀਅਨ ਤੋਂ ਮੰਗੀ ਸੀ, ਕਿਉਂਕਿ ਦੁਨੀਆ ਦੀ ਦੂਜੀ ਵੱਡੀ ਜੰਗ ਦੇ ਵਿੱਚ ਜਰਮਨੀ, ਇਟਲੀ ਤੇ ਜਾਪਾਨ ਇਹ ਇੱਕ ਪਾਸੇ ਸੀ ਤੇ ਇੰਗਲੈਂਡ, ਫਰਾਂਸ ਤਾਂ ਟੇਕ ਓਵਰ ਕਰ ਲਿਆ ਸੀ। ਇੰਗਲੈਂਡ, US, ਸੋਵੀਅਤ ਯੂਨੀਅਨ ਇਹ ਦੂਸਰੇ ਪਾਸੇ ਸੀ। ਜਰਮਨੀ ਵਾਲਿਆਂ ਨਾਲ ਤਾਂ ਇਟਲੀ ਵਾਲਿਆਂ ਨਾਲ ਵੀ ਧੱਕਾ ਤਾਂ ਕੀਤਾ ਇਹਨਾਂ ਨੇ, ਪਰ ਉਹ ਗੋਰੇ ਸੀ ਕਰਕੇ ਉਹਨਾਂ ਦੇ ਨਾਲ ਅਲੱਗ ਕਿਸਮ ਦਾ ਧੱਕਾ ਹੋਇਆ। ਪਰ ਸਭ ਤੋਂ ਵੱਧ ਜੈਪਨੀਜ਼ ਕੈਨੇਡੀਅਨ ਤੋਂ ਪ੍ਰਾਪਰਟੀ ਖੋਹ ਲਈ, ਉਹਨਾਂ ਨੂੰ ਘਰੋਂ ਬੇਘਰ ਕਰਕੇ ਕਨਸੈਂਟਰੇਸ਼ਨ ਕੈਂਪਾਂ ਦੇ ਵਿੱਚ, ਕੈਨੇਡਾ ਦੇ ਵਿੱਚ, ਮੈਂ ਜਰਮਨੀ ਦੀ ਗੱਲ ਨਹੀਂ ਕਰਦਾ, ਕੈਨੇਡਾ ਦੀ ਗੱਲ ਕਰਦਾ ਜੀ, ਉਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਕਨਸੈਂਟਰੇਸ਼ਨ ਕੈਂਪਸ ਦੇ ਵਿੱਚ ਰੱਖਿਆ ਗਿਆ। ਮੁੜ ਕੇ ਉਹਨਾਂ ਦੀ ਕੋਈ ਪ੍ਰਾਪਰਟੀ ਨਹੀਂ ਦਿੱਤੀ ਇਹਨਾਂ ਨੇ, ਉਹਨਾਂ ਤੇ ਤਸ਼ੱਦਦ ਕੀਤਾ ਗਿਆ। ਇਹ ਗੱਲ ਵਾਰ-ਵਾਰ ਆਉਂਦੀ ਆ ਕਿ ਜੇ ਅਸੀਂ ਇਸ ਵੇਲੇ ਵੈਸੇ ਤਾਂ ਕਿਸੇ ਪਾਰਟੀ ਦੇ ਹੱਕ 'ਚ ਨਹੀਂ ਹੋਣੇ ਚਾਹੀਦੇ, ਲੜਾਈ ਹੋਈ ਆ, ਪਰ ਇੱਥੇ ਜਸਟਿਨ ਟਰੂਡੋ ਨੱਠੇ ਭੱਜੇ ਫਿਰਦੇ ਆ ਵੋਟਾਂ ਦੀ ਖਾਤਰ। 1.5 ਮਿਲੀਅਨ 15 ਲੱਖ ਲੋਕ ਜਿਹੜੇ ਆ ਯੂਕਰੇਨੀਅਨ ਕੈਨੇਡੀਅਨ ਆ। ਅੱਛਾ, ਦੂਸਰੀ ਵੱਡੀ ਗੱਲ ਉਹਨਾਂ ਦੀ ਇਹ ਆ ਕਿ ਉਹ ਇੱਕ ਜਗ੍ਹਾ ਤੇ ਕਨਸੈਂਟਰੇਟਡ ਆ। ਜਿੱਦਾਂ ਉਹ 1.5 ਮਿਲੀਅਨ, ਜੇ ਤਾਂ ਸਾਰੇ 37 ਮਿਲੀਅਨ ਦੇ ਵਿੱਚੋਂ ਥੋੜੇ ਹੋਣ ਫੇਰ ਤਾਂ ਉਹਨਾਂ ਦੀ ਇੰਪੋਰਟੈਂਸ ਓਨੀ ਨਹੀਂ ਹੁੰਦੀ। ਹੁਣ ਜਿੱਦਾਂ ਪੰਜਾਬੀ ਲੋਕ ਆ ਸਰੀ ਦੇ ਵਿੱਚ ਜ਼ਿਆਦਾ ਆ, ਬਰੈਂਪਟਨ ਦੇ ਵਿੱਚ ਜ਼ਿਆਦਾ ਆ, ਇਹਨਾਂ ਦੀ ਪਾਵਰ ਲੱਗਦੀ ਆ ਵੀ ਇਹਨਾਂ ਦੇ ਕੋਲ ਇਹਨਾਂ ਦੋ ਸ਼ਹਿਰਾਂ 'ਚ ਤਾਂ ਪਾਵਰ ਹੈ ਨਾ ਜੀ। ਯੂਕਰੇਨੀਅਨ ਜਿਹੜੇ ਸਸਕੈਚਵਨ, ਮੈਨੀਟੋਬਾ ਦੇ ਵਿੱਚ ਬਹੁਤ ਜ਼ਿਆਦਾ ਆ ਤੇ ਇਸ ਕਰਕੇ ਉਹਨਾਂ ਦੀ ਪਾਵਰ ਵੀ ਜ਼ਿਆਦਾ ਆ। ਜਿਹੜੇ ਰਸ਼ੀਅਨ ਆ ਉਹ ਕੈਨੇਡਾ ਦੇ ਵਿੱਚ ਕੋਈ 6.5 ਲੱਖ ਰਸ਼ੀਅਨ ਰਹਿੰਦਾ, ਪਰ ਉਹਨਾਂ ਦੀ ਬਦਕਿਸਮਤੀ ਇਹ ਆ ਵੀ ਉਹ ਕਿਸੇ ਇੱਕ ਜਾਂ ਦੋ ਸ਼ਹਿਰਾਂ 'ਚ ਨਹੀਂ ਰਹਿੰਦੇ, ਉਹ ਸਾਰੇ ਹੀ ਕੈਨੇਡਾ 'ਚ ਤੁਰੇ ਮਤਲਬ ਲੱਭਣਗੇ ਤੁਹਾਨੂੰ, ਥੋੜੇ ਜਿਹੇ ਇੱਥੇ ਬੈਠੇ ਆ, ਥੋੜੇ ਜਿਹੇ ਉੱਥੇ ਬੈਠੇ ਆ। ਉਹਨਾਂ ਦੀ ਉਹ ਇਲੈਕਟੋਰਲ ਪਾਵਰ ਨਹੀਂ ਜਿੰਨੀ ਯੂਕਰੇਨੀਅਨ ਕੈਨੇਡੀਅਨਸ ਦੀ ਹੈ। ਸੋ ਵੋਟਾਂ ਦੀ ਗਿਣਤੀ ਦੇਖ ਕੇ ਮੈਨੂੰ ਦੱਸੋ ਵੀ ਜਸਟਿਨ ਟਰੂਡੋ ਦੇ ਵਿੱਚ ਤਾਂ ਉੱਥੇ ਦੇ ਵਿਜੀਲੈਂਟ ਗਰੁੱਪ ਜਿਨ੍ਹਾਂ ਨੂੰ ਕਹਿੰਦੇ ਆ ਅਸੀਂ ਵੀ ਕਾਉ ਰਕਸ਼ਕ ਆ, ਫਲਾਣੇ ਰਕਸ਼ਕ ਆ, ਘੱਟ ਗਿਣਤੀਆਂ ਤੇ ਹਮਲੇ ਕਰਦੇ ਆ, ਕੀ ਫਰਕ ਹੈ ਇਹਨਾਂ ਦਾ? ਜੌਨ ਕਰੈਚੀਆਂ ਨੇ ਇੱਕ ਮਿਸਾਲ ਪੈਦਾ ਕੀਤੀ 2001 ਦੇ ਵਿੱਚ ਸਤੰਬਰ 11 ਨੂੰ ਜਦੋਂ ਵਰਲਡ ਟ੍ਰੇਡ ਸੈਂਟਰ ਢਾਇਆ ਨਾ, 19 ਬੰਦੇ ਉਹਨਾਂ ਨੇ ਫੜੇ ਜਿਹੜੇ ਇਨਵੋਲਵ ਸੀ, ਉਹਦੇ 19 ਦੇ 19 ਮੁਸਲਮਾਨ ਸੀ। ਤਾਂ ਉਦੋਂ ਮੁਸਲਮਾਨਾਂ ਦੇ ਖਿਲਾਫ ਇੱਕਦਮ ਪ੍ਰਚਾਰ ਕਰਨਾ ਸ਼ੁਰੂ ਕਰਤਾ ਮੀਡੀਆ ਨੇ। ਹਾਂਜੀ। ਜੌਨ ਕਰੈਚੀਆਂ ਇੱਕ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਉਹ ਉਸੇ ਦਿਨ ਜਦੋਂ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ, ਉਹ ਇੱਕ ਮੌਸਕ ਦੇ ਵਿੱਚ, ਇੱਕ ਮਸਜਿਦ ਦੇ ਵਿੱਚ ਗਏ, ਜਿੱਥੇ ਉਹ ਦਿਖਾਵਾ ਹੀ ਕਰਨ ਗਏ, ਉਹ ਕੋਈ ਮੁਸਲਮਾਨ ਤਾਂ ਬਣ ਨਹੀਂ ਗਏ, ਦਿਖਾਵਾ ਕਰਨ ਗਏ ਕਿ ਇੱਕ ਪ੍ਰਧਾਨ ਮੰਤਰੀ ਇਸ ਦੇਸ਼ ਦਾ ਇਹਨਾਂ ਦੇ ਨਾਲ ਖੜਾ ਹੈ, ਇਹਨਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ। ਇਹ ਆਮ ਮੁਸਲਮਾਨ ਨੇ ਤਾਂ ਉੱਥੇ ਹਮਲਾ ਨਹੀਂ ਕੀਤਾ। ਹਾਂ ਠੀਕ ਹੈ, ਉਹਨਾਂ ਨੂੰ 19 ਬੰਦਿਆਂ ਨੇ ਇੱਕ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਏ ਸੀ, ਉਹਨਾਂ ਨੇ ਹਮਲਾ ਕਰਤਾ। ਹੁਣ ਇੱਥੇ ਦੇ ਰਸ਼ੀਅਨ ਜਿਹੜੇ ਆ, ਸਾਡਾ ਪ੍ਰਧਾਨ ਮੰਤਰੀ ਇੱਕ ਕਹਿੰਦੇ ਹੁੰਦੇ ਆ ਜਿਹੜੀ ਅੱਗ ਲੱਗੀ ਆ ਉਹ ਤੇ ਹੋਰ ਮਿੱਟੀ ਦਾ ਤੇਲ ਪਾਉਣ ਲਈ ਯੂਰਪ ਨੂੰ ਚੱਲਿਆ, ਪਰ ਉਹਨੂੰ ਇਹ ਨਹੀਂ ਮੂੰਹੋਂ ਨਿਕਲਿਆ ਕਿ ਦੇਖੋ ਰਸ਼ੀਅਨ ਲੋਕੀ ਵੀ ਸਾਡੇ ਸਿਟੀਜ਼ਨ ਹੈ, ਬਰਾਬਰ ਦੇ ਹੱਕਦਾਰ ਹੈ, ਉਹਨਾਂ ਤੇ ਹਮਲਾ ਕਰਨਾ ਗਲਤ ਹੈ। ਪਿਊਟਨ ਨਾਲ ਸਾਡੀ ਯੂਕਰੇਨ ਦੀ ਲੜਾਈ ਆ, ਪਿਊਟਨ ਨੂੰ ਅਸੀਂ ਨਿਖੇਧੀ ਕਰਦੇ ਹਾਂ, ਸਟੇਟ
ਜੀ ਵੀ ਉਹਨਾਂ ਨੇ ਆਹ ਕੰਮ ਕੀਤਾ, ਅਸੀਂ ਉਹਦੇ ਖਿਲਾਫ ਹਾਂ, ਅਸੀਂ ਉਹਨਾਂ ਦੇ ਖਿਲਾਫ UN ਦੇ ਜਨਰਲ ਅਸੈਂਬਲੀ ਦੇ ਵਿੱਚ ਵੀ ਵੋਟ ਪਾਈ ਆ। ਅਸੀਂ ਚਾਹੁੰਦੇ ਹਾਂ ਕਿ ਯੂਰਪੀਅਨ ਲੋਕੀ ਵੀ ਇਹ ਗੱਲ ਸਮਝਣ, ਅਸੀਂ ਤਾਂ ਹੀ ਉੱਥੇ ਚੱਲੇ ਹਾਂ। ਪਰ ਇਹ ਗੱਲ ਇੱਕ ਸਮਝਾਉਣੀ ਲੋਕਾਂ ਨੂੰ, ਉਹਨਾਂ ਦੇ ਨਾਲ ਖੜਨਾ ਲੋਕਾਂ ਦੇ, ਔਰ ਜਿੰਨੇ ਵੀ ਇੱਥੇ ਫਿਰਦੇ ਆ ਲੋਕੀ, ਤੁਸੀਂ ਪ੍ਰੋਵਿੰਸ਼ੀਅਲ MLAs ਲੈ ਲਓ ਚਾਹੇ ਫੈਡਰਲ MP ਲੈ ਲਓ, ਕਿਸੇ ਨੇ ਇੱਕ ਨੇ ਕਿਹਾ ਕੁਛ ਵਿਕਟੋਰੀਆ ਦੇ ਵਿੱਚ ਹਮਲੇ ਹੋਇਆ, ਵੈਨਕੂਵਰ 'ਚ ਹਮਲੇ ਹੋਇਆ, ਕੈਲਗਰੀ ਵਿੱਚ ਹਮਲੇ ਹੋਏ ਆ, ਟੋਰਾਂਟੋ ਹਮਲੇ ਹੋਏ ਆ। ਰਸ਼ੀਅਨ ਲੋਕਾਂ ਦਾ ਇਹਨਾਂ ਦੇ ਵਿੱਚ ਕੀ ਕਸੂਰ ਹੈ? ਕਿਸੇ ਦੀ ਵੈਸੇ ਕੋਈ ਇਦਾਂ ਆਫੀਸ਼ੀਅਲ ਸਟੇਟਮੈਂਟ ਆਈ ਨਹੀਂ ਅਜੇ ਤੱਕ। ਕਿਸੇ ਦੀ ਆਫੀਸ਼ੀਅਲ ਸਟੇਟਮੈਂਟ ਨਹੀਂ ਆਈ ਨਾ। ਨਹੀਂ। ਇਹਨਾਂ ਨੂੰ ਪੁੱਛੇ ਵੀ ਇਹਨਾਂ ਦਾ ਮੂੰਹ ਕਿਉਂ ਬੰਦ ਆ? ਜੇ ਮੀਡੀਆ ਦੇ ਵਿੱਚ ਧੂਆਂਧਾਰ ਪ੍ਰਚਾਰ ਹੋ ਰਿਹਾ, ਰਸ਼ੀਆ ਦੇ ਖਿਲਾਫ ਚਲੋ ਹੋਇਆ, ਉਹਨਾਂ ਦੀ ਸਰਕਾਰ ਨੇ ਹਮਲਾ ਤਾਂ ਕੀਤਾ, ਰਸ਼ੀਅਨ ਲੋਕਾਂ ਨੇ ਤਾਂ ਨਹੀਂ ਕੀਤਾ। ਉਹਨਾਂ ਦਾ ਤਾਂ ਕੋਈ ਕਸੂਰ ਨਹੀਂ। ਉਹਨਾਂ ਦਾ ਆਮ ਲੋਕਾਂ ਦਾ ਕੀ ਕਸੂਰ ਹੈ ਜੀ? ਹੁਣ ਜੇ ਇੱਕ ਜਾ ਕੇ ਸਿੱਖ ਬੰਦਾ ਕਿਸੇ ਨੂੰ ਮਾਰ ਦਿੰਦਾ ਆ, ਮੇਰਾ ਉਹ 'ਚ ਕੀ ਕਸੂਰ ਹੈ? ਮੈਂ ਤਾਂ ਉਹਦੇ ਨਾਲ ਨਹੀਂ ਸੀ। ਇੱਕ ਮੁਸਲਮਾਨ ਨੇ ਕਿਤੇ ਜਾ ਕੇ ਬੰਬ ਮਾਰਤਾ, ਇਹਦੇ ਵਿੱਚ ਸਾਰਾ ਮੁਸਲਿਮ ਭਾਈਚਾਰਾ ਤਾਂ ਉਹਦੇ ਨਾਲ ਨਹੀਂ ਸੀ। ਜੀ ਜੀ। ਇਹ ਜੇ ਸਾਡੇ ਸਿਆਸਤਦਾਨ ਜਿਹੜੇ ਆਪਣੇ ਆਪ ਨੂੰ ਆਗੂ ਖਵਾਉਂਦੇ ਆ, ਜਿਹੜੇ ਇਹਨਾਂ ਦੇ ਨਾਲ ਫੋਟੋ ਖਿਚਾਉਂਦੇ ਆ, ਉਹ ਸੋਚਣ ਕਿ ਜਦੋਂ ਵਿਪਤਾ ਪੈਂਦੀ ਆ ਉਦੋਂ ਤਾਂ ਇਹਨਾਂ ਨੇ ਮੂੰਹ ਤੇ ਸ਼ਿਕਲ ਹੀ ਲਈ ਹੁੰਦੀ ਹੈ, ਤਾਂ ਉਦਾਂ ਲੋਕਾਂ ਦੇ ਵਿਆਹਾਂ ਤੁਰੇ ਫਿਰਦੇ ਆ, ਫਿਊਨਰਲ ਤੇ ਤੁਰੇ ਫਿਰਦੇ ਆ, ਬਰਥਡੇ ਤੇ ਤੁਰੇ ਫਿਰਦੇ, ਕੁੱਤਿਆਂ ਦੀ ਬਰਥਡੇ ਤੇ ਤੁਰੇ ਫਿਰਦੇ ਆ। ਇੱਕ ਇੱਥੇ MP ਆ ਬੰਦਾ, ਉਹ ਕਿਸੇ ਨੇ ਉਹ ਕਹਿੰਦਾ ਮੈਨੂੰ ਕੋਈ ਬੰਦਾ ਦੱਸੇ, ਕਹਿੰਦਾ ਮੈਂ ਕੋਈ ਨਵਾਂ ਕੁੱਤਾ ਲੈ ਕੇ ਆਂਦਾ। ਉਹ ਕਹਿੰਦਾ ਮੈਂ ਮੇਰੇ ਘਰ ਆ ਗਿਆ, ਮੈਨੂੰ ਪਤਾ ਲੱਗਾ ਸੀ ਤੁਸੀਂ ਕੁੱਤਾ ਨਵਾਂ ਲੈ ਕੇ ਆਏ ਆ। ਮੈਂ ਕਿਹਾ ਹੱਦ ਲੈ ਗਈ ਦੱਸ। ਬੰਦਾ ਉਹ ਭੁੱਲਦਾ ਹੀ ਨਹੀਂ। ਉਹ ਕਹਿੰਦਾ ਵੀ ਯਾਰ ਮੇਰੇ ਤਾਂ ਨਵਾਂ ਕੁੱਤਾ ਲਿਆਂਦਾ ਸੀ, ਉਹਨੂੰ ਦੇਖਣ ਆ ਗਿਆ। ਪਾਰਲੀਮੈਂਟ 'ਚ ਕਦੇ ਬੋਲਦਾ ਸੁਣਿਆ ਹੀ ਨਹੀਂ। ਜਿੱਥੇ ਜਿਹੜੀ ਜੌਬ ਆ MP ਦੀ ਉਹ ਹੈਗੀ ਆ, ਤੁਸੀਂ ਡਿਬੇਟ ਕਰਨੀ ਆ, ਉਹ 'ਚ ਹਿੱਸਾ ਲੈਣਾ ਹੈ। ਜੀ ਜੀ। ਤੁਸੀਂ ਕਾਨੂੰਨ ਬਣਾਉਣੇ ਆ, ਉਹ 'ਚ ਹਿੱਸਾ ਲੈਣਾ। ਇਸੇ ਕਰਕੇ ਤਾਂ ਚੁਣ ਕੇ ਭੇਜਿਆ ਜਾਂਦਾ। ਤਾਂ ਹੀ ਚੁਣ ਕੇ ਭੇਜਾਂ ਤੁਹਾਨੂੰ, ਲੋਕਾਂ ਦੇ ਕੁੱਤੇ ਦੇਖਣ ਨੂੰ ਥੋੜਾ ਭੇਜਿਆ, ਲੋਕਾਂ ਦੇ ਭੋਗ ਤੇ ਜਾਣ ਨੂੰ ਤਾਂ ਨਹੀਂ ਭੇਜਿਆ। ਇਹ ਜਿਹੜੀ ਕਾਰਵਾਈ ਆ, ਹੁਣ ਜਿਹੜੀ ਸਟੇਟਮੈਂਟ ਆਉਣੀ ਚਾਹੀਦੀ ਸੀ ਬਰਾਬਰ ਖੜ ਕੇ ਵੀ ਅਸੀਂ ਕਮਿਊਨਿਟੀ ਦੇ ਲੀਡਰ ਆ, ਮੈਂ ਇੱਥੋਂ ਚੁਣਿਆ ਆ, ਮੈਂ ਇੱਥੋਂ ਚੁਣਿਆ ਆ। ਇੱਥੇ ਇਹ ਗੱਲ ਨਹੀਂ ਹੋਣੀ ਚਾਹੀਦੀ। ਇਹ ਚੁੱਪ ਕਰਕੇ ਤਾਂ ਬੈਠੇ ਆ ਕਿ ਇੱਕ ਤਾਂ ਯੂਕਰੇਨੀਅਨ ਜ਼ਿਆਦਾ ਆ, ਦੂਜੇ ਉਹਨਾਂ ਦੇ ਨਾਲ ਸਿੰਪਥੀ ਮੀਡੀਆ ਨੇ ਪੈਦਾ ਕਰਤੀ ਕਿ ਸਮਹਾਉ ਯੂਕਰੇਨੀਅਨ ਕੈਨੇਡੀਅਨ ਵਧੀਆ ਆ ਤੇ ਰਸ਼ੀਅਨ ਕੈਨੇਡੀਅਨ ਘਟੀਆ ਆ। ਕੱਲ ਨੂੰ ਹੋ ਸਕਦਾ ਸਾਡੇ ਨਾਲ ਲੜਾਈ ਹੋਵੇ, ਫਿਰ ਸਾਡੇ ਨਾਲ ਇਹ ਕੁਛ ਹੋਵੇ, ਫਿਰ ਤੋਂ ਨਾਜ਼ੀ ਸਰਵਾਈਵਰ ਦੀ ਗੱਲ ਆ ਗਈ ਨਾ ਵੀ ਮੈਨੂੰ ਇਤਰਾਜ਼ ਨਹੀਂ ਸੀ, ਮੈਨੂੰ ਇਤਰਾਜ਼ ਨਹੀਂ ਸੀ। ਫਿਰ ਫਾਈਨਲੀ ਜਦੋਂ ਮੈਨੂੰ ਮਾਰਨਾ ਗਏ, ਫਿਰ ਤਾਂ ਇਤਰਾਜ਼ ਕਿਸੇ ਨਾ ਕਿਸੇ ਬੰਦੇ ਤਾਂ ਹੋਣਾ ਹੀ ਪੈਣਾ। ਜੀ ਜੀ। ਇਹ ਵੱਡੀ ਗੱਲ ਹੈ। ਜੌਨ ਕ੍ਰਿਸਚਨ ਦੀ ਮੈਂ ਐਗਜ਼ਾਮਪਲ ਤਾਂ ਦਿੱਤੀ ਹੈ ਕਿ ਉਹਨਾਂ ਨੇ ਲੀਡਰਸ਼ਿਪ ਦਿਖਾੜੀ ਹੈ ਕਿ ਦੇਖੋ ਜੇ ਇਹਨਾਂ ਦੇ ਖਿਲਾਫ ਇੱਕ ਸਾਡੇ ਲੋਕ ਕੈਨੇਡੀਅਨ ਲੋਕੀ ਵੀ ਆ ਜਿਹੜੇ ਮੁਸਲਿਮ ਧਰਮ ਨੂੰ ਮੰਨਦੇ ਆ, ਇਸਲਾਮ ਨੂੰ ਮੰਨਦੇ ਆ, ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ। ਉਹਨਾਂ ਨੇ ਤਾਂ ਤਬਾਹ ਨਹੀਂ ਕੀਤਾ ਵਰਲਡ ਟ੍ਰੇਡ ਸੈਂਟਰ, ਉਹਨਾਂ ਨੇ ਕੋਈ ਬੰਬ ਨਹੀਂ ਚਲਾਇਆ, ਉਹ ਕੋਈ ਜਹਾਜ਼ ਨਹੀਂ ਲੈ ਗਏ। ਜੇ ਹੁਣ ਤੁਸੀਂ ਇਹਨਾਂ ਦੇ ਮਾਰਨ ਲੱਗ ਪਏ, ਉਹਨਾਂ ਦਿਨਾਂ ਦੇ ਵਿੱਚ ਕਾਫੀ ਇਨਸੀਡੈਂਟ ਹੋਏ ਸੀ। ਹਾਂਜੀ ਹਾਂਜੀ। ਈਵਨ ਜਿਹੜੇ ਸਿੱਖ ਭਾਈਚਾਰੇ ਚੋਂ ਅਮਰੀਕਾ ਦੇ ਵਿੱਚ ਬੰਦੇ ਮਾਰੇ ਗਏ ਬੰਦੇ, ਉਹ ਸਿਰਫ ਤੇ ਸਿਰਫ ਪੱਗ ਦੇਖਦੇ ਸੀ। ਹਾਂਜੀ। ਸੋ ਜੇ ਪੱਗ ਦੇਖ ਕੇ ਕਿਸੇ ਦੀ ਹਮਲਾ ਕਰਨ ਲੱਗ ਪਏ ਤੁਸੀਂ, ਇਹ ਚੰਗੀ ਗੱਲ ਥੋੜ੍ਹਾ। ਪਰ ਨਾਲ ਦੀ ਨਾਲ ਉਹਨਾਂ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਨੇ, ਅਮਰੀਕਾ ਦੇ ਨੇ ਐਕਚੁਅਲੀ ਸਿੱਖ ਡੈਲੀਗੇਸ਼ਨ ਨੂੰ ਸੱਦਿਆ ਵਾਈਟ ਹਾਊਸ ਦੇ ਵਿੱਚ, ਤਾਂ ਕਿ ਲੋਕੀ ਦੇਖਣ ਕਿ ਇਹਨਾਂ ਦਾ ਕੋਈ ਕਸੂਰ ਨਹੀਂ। ਇਹਨਾਂ ਨੇ ਪੱਗ ਬੰਨੀ ਆ, ਇਹ ਉਸਾਮਾ ਬਿਨ ਲਾਦਨ ਨੇ ਵੀ ਪੱਗ ਬੰਨੀ ਹੈ, ਤਾਲਿਬਾਨ ਵਾਲਿਆਂ ਨੇ ਵੀ ਪੱਗ ਬੰਨੀ ਹੈ। ਪੱਗ ਇੱਕ ਬੰਦੇ ਨਹੀਂ ਬੰਨ੍ਹਦੇ, ਇਹ ਉਦਾਂ ਦੀ ਪੱਗ ਬੰਨ੍ਹ ਕੇ ਉਦਾਂ ਦੇ ਬਣੇ। ਪਰ ਇਹਦਾ ਮਤਲਬ ਇਹ ਨਹੀਂ ਵੀ ਟੈਰਰਿਸਟ ਆ ਇਹਦਾ ਮਤਲਬ ਇਹ ਨਹੀਂ ਅੱਤਵਾਦੀ ਬਣ ਗਏ ਇਹ। ਤੇ ਸਾਡਾ ਪ੍ਰਧਾਨ ਮੰਤਰੀ ਇਸ ਗੱਲ ਤੇ ਇੰਗਲੈਂਡ ਨੂੰ ਗਿਆ, ਉਹ ਜਿੱਦਾਂ ਪੀਪੀ ਚੱਕੀ ਫਿਰਦਾ ਕਿ ਅੱਗ ਲਾਉਣੀ ਆ, ਹੋਰ ਲਾਉਣੀ ਆ। ਇਹ ਕਿਸੇ ਦੇ ਮੂੰਹੋਂ ਨਹੀਂ ਨਿਕਲੀ ਗੱਲ ਕਿ ਜੋ ਕੁਝ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਉਹ ਗੱਲ ਗਲਤ ਹੈ।
ਇਹਨਾਂ ਬੰਦਿਆਂ ਦਾ ਪਿਊਟਨ ਦੇ ਨਾਲ ਕੋਈ ਵਾਸਤਾ ਨਹੀਂ। ਜਿਹੜੀਆਂ ਘਟਨਾਵਾਂ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ ਉਹਨਾਂ ਤੇ ਵੀ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿਵੇਂ ਤੁਸੀਂ ਮੈਂਸ਼ਨ ਕੀਤਾ, ਹੁਣ ਤੁਸੀਂ ਦੇਖ ਲਓ ਕਿ ਵਿਕਟੋਰੀਆ ਦੇ ਚਰਚ ਤੇ ਜਿਹੜੀ ਇਨਸੀਡੈਂਟ ਹੋਈ ਹੈਗੀ ਆ, ਇਹ ਵੀ ਕਾਫੀ ਜ਼ਿਆਦਾ ਵੱਡੀ ਇਨਸੀਡੈਂਟ ਆ, ਪਰ ਇਹਦੇ ਤੇ ਵੀ ਕਿਸੇ ਨੇ ਕੋਈ ਗੱਲਬਾਤ ਕੀਤੀ ਨਹੀਂ ਹੈਗੀ। ਕੋਈ ਨਹੀਂ ਗੱਲ। ਇਹ ਬੰਦਾ ਹੈਰਾਨ ਹੁੰਦਾ ਕਿ ਜੇ ਸਾਡੇ ਤੇ ਕੱਲ ਨੂੰ ਹੋਣਾ ਹੋਵੇ ਤੇ ਸਾਡੀ ਵਾਰੀ ਵੀ ਤਾਂ ਚੁੱਪ ਕਰਕੇ ਬਹਿ ਜਾਣਗੇ। ਤੁਸੀਂ ਹੋ ਸਕਦਾ ਜਾਪਾਨ ਵਾਲੇ ਜਿਹੜੇ ਜੈਪਨੀਜ਼ ਕੈਨੇਡੀਅਨਸ ਨੂੰ ਉਹਨਾਂ ਤੋਂ ਪ੍ਰਾਪਰਟੀ ਖੋਹ ਲਈਆਂ, ਉਹਨਾਂ ਨੂੰ ਕਨਸੈਂਟਰੇਸ਼ਨ ਕੈਂਪਾਂ 'ਚ ਪਾ ਦਿੱਤਾ ਸੀ, ਉਹਨਾਂ ਨੇ ਤਾਂ ਹਮਲਾ ਨਹੀਂ ਕੀਤਾ ਪਰਲ ਹਾਰਬਰ ਤੇ। ਉਹ ਤਾਂ ਇੱਥੇ ਬੈਠੇ ਸੀ। ਆਮ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ। ਉਹਨਾਂ ਨੂੰ ਪੁੱਛ ਕੇ ਥੋੜਾ ਮਾਰਦੇ ਆ ਉੱਥੇ ਜਾ ਕੇ। ਕਿਸੇ ਦੇਸ਼ ਦੀ ਵੀ ਜਿਹੜੀ ਜੋ ਨੀਤੀ ਹੁੰਦੀ, ਜੇ ਉਹ ਹਮਲਾ ਕਰਦੇ ਆ ਉਹਦੇ ਵਿੱਚ ਉਸ ਦੇਸ਼ ਦੇ ਲੋਕਾਂ ਦਾ ਵੀ ਕੋਈ ਯੋਗਦਾਨ ਨਹੀਂ ਹੁੰਦਾ। ਤੁਸੀਂ ਜਿਹੜੇ ਬਾਹਰ ਦੇ ਰਹਿ ਰਹੇ ਆ ਜੈਪਨੀਜ਼, ਇੱਥੇ ਰਹਿ ਰਹੇ ਸੀ, ਕਈ ਤਾਂ ਉਹਨਾਂ ਦੇ ਵਿੱਚੋਂ ਸੈਕੰਡ ਜਨਰੇਸ਼ਨ ਹੋਣੀ ਆ, ਥਰਡ ਜਨਰੇਸ਼ਨ ਹੋਣੀ ਆ, ਔਰ ਤੁਸੀਂ ਕਹੋ ਉੱਠ ਕੇ ਕਿ ਨਹੀਂ ਤੁਸੀਂ ਜ਼ਿੰਮੇਵਾਰ ਹੈ ਇਸ ਗੱਲ ਦੇ। ਉਹ ਜੈਪਨੀਜ਼ ਕੈਨੇਡੀਅਨਸ ਨੂੰ ਤਾਂ ਟਾਰਗੇਟ ਕਰ ਲਿਆ ਕਿ ਉਹ ਏਸ਼ੀਅਨ ਬੰਦੇ ਸੀ ਜੀ, ਸੀਗੇ ਤਾਂ ਜਰਮਨ ਤੇ ਇਟਲੀ ਵੀ ਉਸੇ ਅਲਾਇੰਸ ਦੇ ਪਾਰਟਨਰ ਸੀ। ਉਹਨਾਂ ਦੇ ਖਿਲਾਫ ਵਿਤਕਰਾ ਕੀਤਾ ਹੋਰ ਤਰੀਕੇ ਦੇ ਨਾਲ, ਪਰ ਜਾਪਾਨੀਆਂ ਦੇ ਖਿਲਾਫ ਵਿਤਕਰਾ ਕੀਤਾ ਸ਼ਰੇਆਮ ਜੀ, ਬਈ ਇਹਨਾਂ ਦਾ ਰੰਗ ਹੋ ਰਿਹਾ, ਏਸ਼ੀਅਨ ਲੋਕ ਆ ਇਹ ਜੀ। ਡਾਕਟਰ ਸਾਹਿਬ 8:55 ਹੋ ਚੁੱਕੇ ਆ ਸਟੂਡੀਓ ਦੀ ਘੜੀ ਤੇ ਹੁਣ ਸਮਾਂ ਹੋ ਚੁੱਕਿਆ ਅੱਜ ਦੇ ਵਿਚਾਰ ਦਾ। ਆਪਣੇ ਸਰੋਤਿਆਂ ਨੂੰ ਦੱਸੋ ਜੀ ਅੱਜ ਦਾ ਵਿਚਾਰ ਕੀ ਹੈ? ਅੱਜ ਦਾ ਵਿਚਾਰ ਹੈ, ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਦਾੜੀ ਵਿੱਚ ਦਿਮਾਗ ਨਹੀਂ ਹੁੰਦਾ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ। ਤੁਹਾਡੇ ਸਭ ਦੇ ਨਾਲ ਸਾਡੀ ਮੁਲਾਕਾਤ ਹੋਏਗੀ ਜੀ ਕੱਲ ਸਵੇਰੇ ਪੰਜਾਬੀ ਆਵਾਜ਼ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ। Have a great day.